ਗੁਰੂ ਪਿਆਰੀ ਸਾਧ ਸੰਗਤ ਜੀ, ਕਿਸੇ ਵਿਸ਼ੇ 'ਤੇ ਗੱਲ ਕਰਨ ਤੋਂ ਪਹਿਲਾਂ ਆਪਾਂ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਾਡਾ ਟਾਪਿਕ ਹੈਗਾ ਦਸਮ ਗ੍ਰੰਥ, ਅਤੇ ਦਸਮ ਗ੍ਰੰਥ ਦੇ ਬਾਰੇ ਕੁਝ ਸਵਾਲ ਸਿੱਖ ਸੰਗਤਾਂ ਨੂੰ। ਸਵਾਲ ਸੁਣ ਕੇ, ਸਵਾਲ ਸਮਝ ਕੇ ਉਹਦੇ ਉੱਤਰ ਲੱਭਣਾ, ਆਪਣੇ ਦਿਮਾਗ 'ਚ ਵਸਾਉਣਾ ਕੀ ਅਸੀਂ ਸਵਾਲ ਠੀਕ ਪਾਏ ਹੈ, ਅਤੇ ਜੇ ਠੀਕ ਹੈ ਤਾਂ ਕੀ ਇਹ ਗੁਰੂ ਗੋਬਿੰਦ ਸਿੰਘ ਜੀ 'ਤੇ ਲਾਗੂ ਹੋ ਕੇ ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ ਨੂੰ ਉੱਚਾ ਚੁੱਕਦੇ ਹੈ ਜਾਂ ਨੀਵਾਂ ਸੁੱਟਦੇ ਹੈ। ਪਹਿਲਾ ਸਵਾਲ ਹੈ, ਦਸਮ ਗ੍ਰੰਥ ਦਾ ਲਿਖਾਰੀ ਪੰਨਾ 916 ਤੇ ਲਿਖਦਾ ਹੈ, ਨਿਆਂਕਾਰ ਜਹਾਂਗੀਰ ਨੂੰ, ਕਿ ਜਹਾਂਗੀਰ ਨਿਆਂਕਾਰ ਹੈ ਅਤੇ ਉਹ ਮਰ ਗਿਆ। ਚੌਪੇ ਹੈਗੀ ਹੈ, ਜਹਾਂਗੀਰ ਆਦਲ ਮਰ ਗਇਓ, ਸ਼ਾਹਜਹਾਂ ਹਜ਼ਰਤ ਸੁ ਭਇਓ। ਅਤੇ ਇਸੇ ਨਿਆਂ ਆਪਣੇ ਆਦਲ ਦੇ ਉੱਤੇ ਏਕਾ ਪਾ ਕੇ ਥੱਲੇ ਦਸਮ ਗ੍ਰੰਥ 'ਤੇ ਲਿਖਿਆ ਹੋਇਆ ਨਿਆਂਕਾਰ। ਮੈਂ ਆਪਣੇ ਕੋਲੋਂ ਕੋਈ ਅਰਥ ਨਹੀਂ ਕਰਦਾ ਹੁੰਦਾ, ਸਿਰਫ ਤੁਹਾਨੂੰ ਦਸਮ ਗ੍ਰੰਥ ਦੀਆਂ ਐਗਜ਼ਾਮਪਲਾਂ ਦੇਣੀਆਂ, ਉਦਾਹਰਣਾਂ ਪੇਸ਼ ਕਰਨੀਆਂ ਕਿ ਦਸਮ ਗ੍ਰੰਥ ਅਸਲ 'ਚ ਕਰਦਾ ਕੀ ਹੈ, ਲਿਖਦਾ ਕੀ ਹੈ, ਉਹਨੂੰ ਕਿਵੇਂ ਐਕਸਪਲੇਨ ਕਰਦਾ ਹੈ। ਉਹ ਕਹਿੰਦਾ ਵੀ ਜਹਾਂਗੀਰ ਜਿਹੜਾ ਨਿਆਂਕਾਰ ਹੈ ਉਹ ਮਰ ਗਿਆ, ਅਤੇ ਸ਼ਾਹਜਹਾਂ ਹਜ਼ਰਤ ਸੁ ਭਇਓ। ਉਹ ਸ਼ਾਹਜਹਾਂ ਜਿਹੜਾ ਹੈਗਾ ਜਹਾਂਗੀਰ, ਉਹ ਹਜ਼ਰਤ ਦੇ ਮੁਕਾਬਲੇ 'ਤੇ ਹੈ। ਹੁਣ ਜੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹਨ ਤਾਂ ਕੀ ਉਹ ਆਪਣੇ ਦਾਦੇ ਪੜਦਾਦੇ ਦੇ ਕਾਤਲ ਨੂੰ ਨਿਆਂਕਾਰ ਲਿਖ ਸਕਦੇ ਆ? ਅਤੇ ਜੇਕਰ ਜਹਾਂਗੀਰ ਨਿਆਂਕਾਰ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਵੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹੜਾ ਅਨਿਆਂ ਕੀਤਾ ਹੈ ਜਾਂ ਕਿਹੜਾ ਮਾੜਾ ਕਰਮ ਕੀਤਾ ਹੈ ਜਿਸ ਕਰਕੇ ਉਹਨਾਂ ਨੂੰ ਸ਼ਹਾਦਤ ਪ੍ਰਾਪਤ ਕਰਨੀ ਪਈ। ਕੀ ਉਹ ਲੁਟੇਰੇ ਸਨ? ਕੀ ਉਹ ਡਾਕੂ ਸਨ? ਕੀ ਉਹ ਕਿਸੇ ਦੇ ਕਾਤਲ ਸਨ? ਇਹਨਾਂ ਗੱਲਾਂ ਦੇ ਵਿੱਚ ਹੀ ਆਪਣੇ ਸਜ਼ਾਏ ਮੌਤ ਦਿੱਤੀ ਜਾਂਦੀ ਹੈ ਨਾ। ਅਤੇ ਹੁਣ ਸਾਨੂੰ ਪੁੱਛਣ ਦੀ ਲੋੜ ਪਏਗੀ, ਐਸੇ ਸਵਾਲ ਗੁਰੂ ਗੋਬਿੰਦ ਸਿੰਘ ਜੀ ਕੀ ਇਹੋ ਜਿਹੀ ਗੱਲ ਲਿਖ ਸਕਦੇ ਵੀ ਜਹਾਂਗੀਰ ਆਦਲ ਸੀ, ਨਿਆਂਕਾਰ ਸੀ? ਤੁਸੀਂ ਇਹਦਾ ਹੱਲ ਲੱਭਣਾ ਜੀ। ਦੂਸਰਾ ਹੈ ਡਾਕਟਰ ਗੁਰਵਿੰਦਰ ਸਿੰਘ ਮਾਨ, ਆਪਣੇ ਸੈਂਡੀਆਗੋ ਦੇ ਵਿੱਚ USA ਦੇ ਵਿੱਚ ਹੈ, ਅਤੇ ਉਹਨਾਂ ਦਾ ਲੈਕਚਰ ਮੈਂ ਸੁਣ ਰਿਹਾ ਸੀ। ਉਹ ਕਹਿ ਰਿਹਾ ਕਿ ਦਸਮ ਗ੍ਰੰਥ 1696 'ਚ ਪੂਰਾ ਕੀਤਾ। ਚਲੋ ਮੰਨ ਲੈਂਦੇ ਵੀ ਤੁਸੀਂ ਦਸਮ ਗ੍ਰੰਥ 1696 'ਚ ਪੂਰਾ ਕੀਤਾ। ਵੈਸੇ ਤਾਂ ਇਹ ਜਿਹੜੀ ਬੀੜ ਅੱਜ ਸਾਡੇ ਕੋਲ ਹੈਗੀ ਹੈ, ਇਹ 1902 'ਚ ਛਪ ਕੇ ਤਿਆਰ ਹੁੰਦੀ ਹੈ। ਇਸ ਤੋਂ ਪਹਿਲਾਂ ਵੱਖਰੀਆਂ ਵੱਖਰੀਆਂ ਬੀੜਾਂ, ਕੋਈ ਭਾਈ ਮਨੀ ਸਿੰਘ ਵਾਲੀ ਬੀੜ, ਕੋਈ ਭਾਈ ਪਟਨਾ ਸਾਹਿਬ ਵਾਲੀ ਬੀੜ, ਕੋਈ ਮੋਤੀ ਬਾਗ ਗੁਰਦੁਆਰੇ ਵਾਲੀ ਬੀੜ, ਅਤੇ ਕੋਈ ਕਿਤੇ ਹੋਰ ਜਿਹੜੀ ਇੱਥੇ ਪਟਿਆਲੇ ਵਾਲਿਆਂ ਕੋਲ ਪਈ ਹੈ, ਜਾਂ ਆਪਣੇ ਜੀਂਦ ਵਾਲੇ ਰਿਆਸੀ ਰਾਜਿਆਂ ਕੋਲ। ਸਵਾਲ ਸਿਰਫ ਇਹ ਹੁੰਦਾ ਹੈ ਕਿ ਸਾਰੇ ਬੰਦੇ ਇਹ ਕਹਿੰਦੇ ਹੈ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਗੁਰੂ ਸਾਹਿਬ ਨੇ ਉਦੋਂ ਉਚਾਰਨ ਕੀਤਾ ਜਦੋਂ ਉਹ ਆਨੰਦਪੁਰ ਦੇ ਕਿਲ੍ਹੇ ਦੇ ਵਿੱਚੋਂ ਨਿਕਲ ਕੇ ਮਾਛੀਵਾੜੇ ਦੇ ਜੰਗਲ 'ਚ ਜਾ ਕੇ ਪੈਂਦੇ ਹੈ, ਉਦੋਂ ਲਿਖਿਆ ਗਿਆ। ਹੁਣ ਇਹ ਘਟਨਾ 1704 ਈਸਵੀ ਦੀ ਹੈ। ਦਸੰਬਰ 27, 28 ਹੋ ਸਕਦਾ, ਕੋਈ ਵੀ ਦਿਨ ਅੱਗੇ ਪਿੱਛੇ, ਇੱਕ ਅੱਧੇ ਦਿਨ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਘਟਨਾ ਉਦੋਂ ਦੀ ਹੈ। ਤਾਂ ਹੁਣ ਮੈਂ ਫਿਰ ਡਾਕਟਰ ਗੁਰਿੰਦਰ ਮਾਨ ਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਦੱਸੋ, ਤੁਹਾਡੇ ਮੁਤਾਬਕ 1696 ਦੇ ਵਿੱਚ ਦਸਮ ਗ੍ਰੰਥ ਲਿਖਿਆ ਗਿਆ, ਅਤੇ ਫਿਰ ਆਹ 1704 ਦੀ ਜਿਹੜੀ ਘਟਨਾ ਇਹਦੇ ਵਿੱਚ ਕਦੋਂ ਦਰਜ ਹੋ ਗਈ, ਕਿਵੇਂ ਦਰਜ ਹੋ ਗਈ, ਕਿਹਨੇ ਕੀਤੀ? ਤੀਸਰਾ ਸਵਾਲ ਹੈ, ਕੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਗ੍ਰੰਥ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਪੂਰਾ ਕਰਨਾ ਸੀ? ਤੁਸੀਂ ਦਸਮ ਗ੍ਰੰਥ ਦੇ ਜਿਹੜਾ 1381 ਪੰਨੇ 'ਤੇ ਇਹ ਲਿਖਿਆ ਹੋਇਆ ਹੈ, ਸੰਬਤ 17 ਸਹਿਜ 55 ਅਰਧ ਸਹਿਜ 3 ਕੀਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ। ਪੰਨਾ 1388 ਹੈ। ਭਾਦੋਂ ਸੁਦੀ ਸੰਮਤ 8 1753 25 ਅਗਸਤ 1996 ਯੂਲੀਅਨ ਦਿਨ ਮੰਗਲਵਾਰ ਸੀ, ਜਦੋਂ ਕਿ ਲੇਖਕ ਐਤਵਾਰ ਲਿਖ ਰਿਹਾ। ਸਵਾਲ ਬਣਦਾ ਹੈ, ਕੀ ਸਾਡਾ ਗੁਰੂ ਭੁੱਲੜਾ? ਇਸ ਗ੍ਰੰਥ ਦੀਆਂ ਅੰਦਰਲੀਆਂ ਗਵਾਹੀਆਂ ਤਾਂ ਹੇਠ ਲਿਖੀਆਂ ਤਰੀਕਾਂ ਦੱਸਦੀਆਂ ਹਨ। ਇਸ ਗ੍ਰੰਥ ਦੇ ਪੂਰਨ ਹੋਣ ਦੀਆਂ 5 ਤਰੀਕਾਂ ਇਹਦੇ ਵਿੱਚੋਂ ਮਿਲਦੀਆਂ ਹਨ। ਕਿਹੜੀ ਤਰੀਕ ਠੀਕ ਹੈ? ਅਤੇ ਜਾਂ ਫਿਰ ਇਹਦੇ ਲਿਖਾਰੀ 4-5 ਹੈਗੇ। ਇਕੱਲੀਆਂ ਕ੍ਰਿਸ਼ਨ ਅਵਤਾਰ ਦੇ ਵਿੱਚ ਹੀ 3 ਤਰੀਕਾਂ ਮਿਲਦੀਆਂ, 354, 380, 570। ਅਤੇ 2 ਤਰੀਕਾਂ ਹੈਗੀਆਂ ਜਿੱਥੇ ਇੱਕ ਰਾਮ ਅਵਤਾਰ 254 ਪੰਨੇ 'ਤੇ ਹੈ, ਅਤੇ ਜਿੱਥੇ ਸਾਰੇ ਚਰਿੱਤਰੋਪਾਖਿਆਨ ਖਤਮ ਹੁੰਦੇ ਆ ਉੱਥੇ ਜਾ ਕੇ 1388 ਪੰਨੇ 'ਤੇ ਇੱਕ ਤਰੀਕ ਉੱਥੇ ਮਿਲਦੀ ਹੈ। ਹੁਣ ਇਹਨਾਂ ਤਰੀਕਾਂ ਨੂੰ ਐਸੇ ਤਰੀਕੇ ਨਾਲ ਲਿਖਿਆ ਗਿਆ ਹੈ ਕਿ ਜੇ ਕੋਈ ਲੱਭੇ ਉਹ ਵੀ ਲੱਭ ਨਾ ਸਕੇ। ਕਿਸੇ ਥਾਂ 'ਤੇ ਮਹੀਨਾ ਛੱਡਤਾ, ਕਿਸੇ ਥਾਂ 'ਤੇ
ਹਫ਼ਤੇ ਦਾ ਦਿਨ ਛੱਡ ਦਿੱਤਾ ਤਾਂ ਕਿ ਭੰਬਲ ਭੂਸੇ 'ਚ ਬੰਦੇ ਲਟਕਦੇ ਰਹਿਣ। ਜਿਹੜੀ ਪਹਿਲੀ ਤਰੀਕ ਦਿੱਤੀ ਹੋਈ ਹੈ 254 ਪੰਨੇ 'ਤੇ, ਸੰਬਤ 17 ਸਹਿਜ ਪਚਾਵਨ ਹਾੜਵਦੀ ਪ੍ਰਥਮੈ ਸੁਖਦਾਮਨ, ਜਾਣ ਬੁੱਝ ਕੇ ਇਹਦੇ ਵਿੱਚ ਹਫ਼ਤੇ ਦਾ ਦਿਨ ਛੱਡ ਦਿੱਤਾ ਗਿਆ ਤਾਂ ਕਿ ਗਲਤੀ ਨਾ ਫੜੀ ਜਾ ਸਕੇ। ਕੀ ਗੁਰੂ ਸਾਹਿਬ ਜੀ ਕਿਸੇ ਕੋਲੋਂ ਕੋਈ ਗੱਲ ਲੁਕੋ ਕੇ ਰੱਖਣਾ ਚਾਹੁੰਦੇ ਆ, ਜਾਂ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ, ਅਤੇ ਜਾਂ ਫਿਰ ਕੋਈ ਲਿਖਾਰੀ ਹੋਰ ਹੈ। ਤੀਸਰਾ ਜਿਹੜਾ ਦੂਸਰਾ ਹੈਗਾ ਪੰਨਾ 354 'ਤੇ, 17 ਸਹਿਜ 45ਵੇਂ ਕੀਨੀ ਕਥਾ ਸਤਾਰ, ਚੂਕ ਹੋਏ ਜੈ ਤੈ ਸੋ ਕਵੀ ਲੀਜੋ। ਕਵੀ ਦਾ ਮਤਲਬ ਹੁੰਦਾ ਕੋਈ ਹੋਰ ਕਵੀ ਜਿਹੜਾ ਪੋਇਟਰੀ ਦੇ ਕਾਨੂੰਨ ਤੋਂ ਵਾਕਫ ਹੈਗਾ, ਉਹ ਇਹਦੇ ਵਿੱਚ ਸੁਧਾਰ ਕਰ ਲਵੇ। ਸੋ ਕਵੀ ਲੀਜੋ ਸਕਲ ਸੁਧਾਰ। ਇੱਥੇ ਲਿਖਾਰੀ ਮਹੀਨਾ, ਹਫ਼ਤਾਵਾਰੀ ਦਿਨ, ਵਦੀ ਸੁਦੀ ਸਭ ਛੱਡ ਗਿਆ। ਇਹ ਵੀ ਇੱਕ ਬਹੁਤ ਭਾਰੀ ਚਲਾਕੀ ਹੈ ਆਪਣੀ ਗਲਤੀ ਨੂੰ ਛੁਪਾਉਣ ਲਈ। ਸੋ ਐਸੀ ਗਲਤੀ ਗੁਰੂ ਸਾਹਿਬ ਨਹੀਂ ਕਰਨਗੇ। ਜੇ ਕੋਈ ਕਰਦਾ ਤਾਂ ਇਹਦਾ ਮਤਲਬ ਕੋਈ ਲਿਖਾਰੀ ਹੋਰ ਹੈ, ਗੁਰੂ ਸਾਹਿਬ ਇਹਦੇ ਲਿਖਾਰੀ ਨਹੀਂ ਹੋ ਸਕਦੇ। ਅੱਜ ਅਸੀਂ ਸਿਰਫ ਇਹ ਗੱਲ ਵੇਖਣੀ ਹੈ ਕਿ ਇਹਨਾਂ ਤਰੀਕਾਂ ਨੂੰ ਲਿਖਣ ਦੇ ਵਿੱਚ ਕਿਹੜੀਆਂ ਕਿਹੜੀਆਂ ਗਲਤੀਆਂ ਹੋਈਆਂ। ਹੁਣ ਜਿਹੜਾ 254 ਪੰਨਾ 'ਤੇ ਤਰੀਕ ਦਿੱਤੀ ਹੋਈ ਹੈ ਉਹ ਹੈ ਅਵਤਾਰ, ਰਾਮ ਅਵਤਾਰ ਦਾ ਐਂਡ, ਅਤੇ ਅਵਤਾਰਵਾਦ ਹੈਗਾ ਅਵਤਾਰਾਂ ਦੀ ਗਿਣਤੀ 'ਚੋਂ 20ਵਾਂ ਅਵਤਾਰ, ਜਿਹੜਾ 17 ਸਹਿ 1755 ਦੇ ਵਿੱਚ ਲਿਖਿਆ ਗਿਆ। ਅਤੇ ਹੁਣ ਇੱਕ ਗਲਤੀ ਇੱਥੇ ਨਾਲ ਹੋਰ ਵੀ ਆਪਣੇ ਹੱਥ ਆ ਗਈ, ਜਿਹੜੀ 354 ਪੰਨੇ 'ਤੇ ਹੈ, ਉਹ 1745 ਜਿਹੜਾ 21ਵਾਂ ਚਰਿੱਤਰ ਹੈ ਉਹ 10 ਸਾਲ ਬਾਅਦ ਲਿਖਿਆ ਗਿਆ, ਪਰ ਉਹਦਾ ਨੰਬਰ 10 ਸਾਲ ਪਹਿਲਾਂ ਲਿਖਿਆ ਗਿਆ ਅਤੇ ਉਹਦਾ ਨੰਬਰ 21 ਹੈ। ਮੈਨੂੰ ਇਹ ਸੀਕੁਐਂਸ ਦਾ ਨਹੀਂ ਪਤਾ ਲੱਗਦਾ ਵੀ 21ਵਾਂ ਚਰਿੱਤਰ 10 ਸਾਲ ਪਹਿਲਾਂ ਲਿਖਿਆ ਗਿਆ, 20ਵਾਂ ਚਰਿੱਤਰ 10 ਸਾਲ ਬਾਅਦ ਲਿਖਿਆ ਗਿਆ। ਇਹ ਕੀ ਕਹਾਣੀ ਹੈ? ਕਹਾਣੀ ਇਹੀ ਹੈ ਕਿ ਕਿਸੇ ਅਵਤਾਰਵਾਦ ਨੂੰ, ਚਰਿੱਤਰ ਨਹੀਂ, ਇਹ ਅਵਤਾਰ ਕਹਿਣਾ ਸੀਗਾ, ਕਿਸੇ ਅਵਤਾਰਵਾਦ ਦੇ ਜਿਹੜਾ ਰਾਮਾ ਅਵਤਾਰ ਹੈ ਉਹ 10 ਸਾਲ ਬਾਅਦ 'ਚ ਲਿਖਿਆ ਗਿਆ, ਪਰ ਉਹਦਾ ਚਰਿੱਤਰ ਅਵਤਾਰਵਾਦ ਦਾ ਨੰਬਰ ਹੈਗਾ 20ਵਾਂ। ਕ੍ਰਿਸ਼ਨ ਅਵਤਾਰ ਜਿਹੜਾ ਹੈਗਾ ਉਹਦਾ ਨੰਬਰ ਹੈਗਾ 21, ਉਹ 10 ਸਾਲ ਪਹਿਲਾਂ ਲਿਖਿਆ ਗਿਆ। ਇਹ ਵੀ ਇੱਕ ਬਹੁਤ ਵੱਡੀ ਗਲਤੀ ਹੈ। ਇਹ ਗਲਤੀ ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਸਿਆਣੇ ਅਤੇ ਪੂਰਨ ਪੁਰਖ ਸਮਝਦੇ ਹਾਂ ਤਾਂ ਐਸੀ ਗਲਤੀ ਉਹ ਕਦੇ ਵੀ ਨਹੀਂ ਕਰਨਗੇ। ਤੀਸਰੀ ਡੇਟ ਹੈਗੀ ਹੈ 386 ਪੰਨੇ 'ਤੇ, 386 ਪੰਨੇ 'ਤੇ ਦੋਹਰਾ, 17 ਸਹਿ 44 ਮੈਂ ਸਾਵਣ ਸੁੱਧ ਬੁੱਧਵਾਰ, ਨਗਰ ਪਾਪਟਾ ਮੂੰਹ ਤੁਮ ਰਚੋ ਗ੍ਰੰਥ ਸੁਧਾਰ। ਇੱਥੇ ਵੀ ਉਹਨਾਂ ਨੇ ਹਫ਼ਤੇ ਦਾ ਦਿਨ ਛੱਡ ਦਿੱਤਾ। ਖੜਗ ਪਾਨ ਕੀ ਕਿਰਪਾ ਤੇ ਪੋਥੀ ਰਚੀ ਵਿਚਾਰ, ਭੂਲ ਹੋਏ ਜੈ ਤੈ ਸੋ ਕਵੀ ਪੜ੍ਹਿਓ ਸਭੈ ਸੁਧਾਰ। 10 ਮੁਰਾਂ ਦੇ ਪੰਨਾ 570 'ਤੇ, 17 ਸਹਿ 45 ਮੈਂ ਸਾਮਨ ਸੁਧ ਥਿਤ ਦੀਪ, ਨਗਰ ਪਾਮਟਾ ਸ਼ੁਭ ਕਰਨ ਜਮਨਾ ਬਹਿ ਸਮੀਪ। 10ਮ ਕਥਾ ਭਗਉਤ ਕੀ ਭਾਖਾ ਕਰੀ, ਬਣਾਏ ਅਵਨ ਬਾਸਨਾ ਨਾਹਿ ਪ੍ਰਾਪਤ ਧਰਮ ਯੁੱਧ ਕੈ ਚਾਏ। 10ਮ ਕਥਾ ਭਗਉਤ ਕੀ, ਇਹਦਾ ਮਤਲਬ ਅਸੀਂ ਲੈਂਦੇ ਹਾਂ ਵੀ 10ਵੇਂ ਪਾਤਸ਼ਾਹ ਨੇ ਭਗਉਤੀ ਦੀ ਕਥਾ ਲਿਖੀ, ਨਹੀਂ। 10ਮ ਕਥਾ ਭਗਉਤ ਦਾ ਮਤਲਬ ਹੈਗਾ ਭਾਗਵਤ ਪੁਰਾਣ ਦੇ 10ਮ ਸਕੰਦ ਦੀ ਕਥਾ ਉਹਨਾਂ ਦੀ ਲੈਂਗੁਏਜ 'ਚੋਂ ਕਨਵਰਟ ਕਰਕੇ ਗੁਰਮੁਖੀ ਲਿਪੀ 'ਚ ਲਿਖੀ ਗਈ। ਸੋ ਇਹਨਾਂ ਜਿਹੜੀਆਂ ਮੈਂ ਡੇਟਾਂ ਤੁਹਾਨੂੰ ਦੱਸੀਆਂ ਹੈ, ਇਹਨਾਂ ਦੇ ਵਿੱਚ ਕਿਤੇ ਦਿਨ ਛੱਡ ਦਿੱਤਾ, ਕਦੇ ਹਫ਼ਤਾ ਜਾਂ ਮਹੀਨੇ ਦੀ ਵਦੀ ਸੁਦੀ ਛੱਡ ਦਿੱਤੀ ਤਾਂ ਕਿ ਇਹਦਾ ਕਿਸੇ ਨੂੰ ਪਤਾ ਨਾ ਲੱਗੇ। ਐਸੀਆਂ ਗਲਤੀਆਂ ਨਾਲ ਇਹ ਗ੍ਰੰਥ ਬਿਲਕੁਲ ਭਰਿਆ ਪਿਆ। ਪਰ 1388 ਪੰਨੇ 'ਤੇ ਸੰਬਤ 17 ਸਹਿਸ ਬਣੇਜਾ, ਅਰਧ ਸਹਿਸ ਪੁਨ 3 ਕਹੇਜਾ, ਭਾਦਰਮ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ। ਸੰਮਤ 1753 ਭਾਦਰਵ ਸੁਦੀ ਅਸ਼ਟਮੀ ਨੂੰ ਰਵੀਵਾਰ ਨਹੀਂ ਸੀ ਬਲਕਿ ਮੰਗਲਵਾਰ ਸੀ। ਇਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਹੁਣ ਗੱਲ ਆਉਂਦੀ ਹੈ ਕਿ 10ਮ ਗ੍ਰੰਥ ਦਾ ਲਿਖਾਰੀ ਕੀ ਡਰੂ ਹੈ ਅਤੇ ਭੁੱਲੜ ਹੈ। ਆਪਾਂ ਅੱਡ ਅੱਡ ਐਗਜ਼ਾਮਪਲਾਂ ਲੈ ਕੇ ਅੱਡ ਅੱਡ ਸਵਾਲ ਪਾਏ ਹੋਏ ਹੈ। ਸਰੋਤਾ ਜਨੋ ਦੇਖੋ, 17 ਸਹਿ 45 ਮੈਂ ਕੀਨੀ ਕਥਾ ਸੁਧਾਰ, ਚੂਕ ਹੋਏ ਜੈ ਤੈ ਸੋ ਕਵੀ ਲੀਜੋ ਸਗਲ ਸੁਧਾਰ। ਪੰਨਾ 354 'ਤੇ, ਤਾਂ ਤੇ ਕਹੀ ਰੁਦਰ ਨਾ ਤਾਂ ਤੇ ਕਹੀ ਨਾ ਰੁਦਰ ਕਹਾਣੀ। ਰੁਦਰ ਵੀ ਇਹਨਾਂ ਦਾ ਇੱਕ ਅਵਤਾਰ ਹੈ ਵੀ ਮੈਂ ਉਹ ਇਸ ਕਰਕੇ ਇਹਦੀ ਕਹਾਣੀ ਨਹੀਂ ਲਿਖ ਰਿਹਾ ਇੱਥੇ। ਗ੍ਰੰਥ ਬਦਨ ਕੀ ਚਿੰਤ ਪਛਾਨੀ, ਤਾਂ ਤੇ ਕਥਾ ਥੋੜ੍ਹੀ ਹੀ ਭਾਸੀ, ਇਸ ਕਰਕੇ ਮੈਨੂੰ ਇਹ ਕਥਾ ਥੋੜ੍ਹੀ ਜਿਹੀ ਸ਼ਾਰਟ ਕਰਨੀ ਪੈ ਰਹੀ ਹੈ। ਨਿਰਕ ਭੂਲ ਕਵੀ
करो ना हासी, जे तुहानू मेरी भुल का पता लग जाए तो तुसीं हस्या जो ना। ये लिखारी अपनी लिखत बारे लिख रहा है कि गुरु साहब की लिखत सानू सुधारनी पएगी। गुरु ग्रंथ साहब के अज तक इस तरह कभी भी नहीं मैं पढ़िया कि किसी भी गुरु साहब ने या भगत ने या भट्टां ने ये लिखिया होवे भी साडी बाणी दे विच जे कोई किधरे गलती है तो तुसीं अपनी मर्जी नाल सुधार लिया जो, तो ना ही सानू जे उहदे विच कोई अथॉरिटी है किसी ने जो लिखिया असीं उहदे मुताबिक गल करनी है। और सारे गुरु ग्रंथ साहब च एक भी लाइन इहो जी एक भी पंक्ति इहो जी नहीं आउंदी जिहड़ी ये सानू दसदी हो कि बाणी दे विच कोई गलती है भाई तुसीं पढ़ के सुधार लिया जो। पर 10 ग्रंथ दे विच ये एक थां नहीं कई थावां ते आउंदी है। हुण एक होर सवाल आ गया जी, 10 ग्रंथ दा लिखारी महाकाल दा पुजारी है तो उसके सिख बनाउण दा ढंग दस्सण लगे जी तुहानू। ਉਹਦਾ ਢੰਗ ਹੈਗਾ ਸਿੱਖ ਬਣਾਉਣ ਦਾ ਸ਼ਰਾਬ ਫੀਮ ਭੰਗ ਪਿਆ ਕੇ, ਨਾ ਕਿ ਖੰਡੇ ਬਾਟੇ ਦੀ ਪੌਲ ਪਿਆ ਕੇ ਜਾਂ ਪੌਲ ਦੇ ਕੇ ਜਾਂ ਪੌਲ ਛਕਾ ਕੇ ਉਹਨੂੰ ਸਿੱਖ ਬਣਾਇਆ ਜਾਵੇ। ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਜੀਵਨ ਕਾਲ ਦੇ ਵਿੱਚ 1699 ਦੀ ਵਿਸਾਖੀ ਨੂੰ ਖੰਡੇ ਬਾਟੇ ਦੀ ਪੌਲ ਦੇ ਕੇ ਕਈ ਹਜ਼ਾਰਾਂ ਸਿੱਖਾਂ ਨੂੰ ਸਿੱਖੀ ਨਾਲ ਜੋੜਦੇ ਆ। ਚਾਹੇ ਉਹ ਇੱਕ ਰਸਮ ਸੀ ਜਾਂ ਕੁਛ ਵੀ ਸੀ, ਪਰ ਖੰਡੇ ਬਾਟੇ ਦੀ ਪਹੁਲ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਪੜ੍ਹ ਕੇ ਤਿਆਰ ਕੀਤੀ ਗਈ ਅਤੇ ਲੋਕਾਂ ਨੂੰ ਛਕਾ ਕੇ ਸਿੱਖੀ ਦੇ ਨਾਲ ਜੋੜ ਕੇ ਜੰਗਾਂ ਯੁੱਧਾਂ ਲੜਨ ਵਾਸਤੇ ਤਿਆਰ ਕੀਤਾ ਗਿਆ। ਪਰ ਇਹ ਇਸ ਗ੍ਰੰਥ ਦਾ ਲਿਖਾਰੀ 1210 ਪੰਨੇ 'ਤੇ ਜਿਹੜਾ 266ਵਾਂ ਚਰਿੱਤਰ ਹੈ ਉਹਦਾ ਅਖੀਰਲੇ ਬੰਦ 'ਚ 10 ਗ੍ਰੰਥ ਦਾ ਲਿਖਾਰੀ ਲਿਖਦਾ ਵੀ ਇਹ 10 ਗ੍ਰੰਥ ਦਾ ਜਿਹੜੇ ਸਿੱਖ ਬਣਾਉਣ ਦਾ ਤਰੀਕਾ ਕੀ ਹੈ। ਇਹ 600 ਮਿਸਰਾ ਛਲਾ, ਮਿਸਰ ਕਹਿੰਦੇ ਪੰਡਤ ਨੂੰ। ਇਹ ਇੱਕ ਵਾਰਤਾ ਬਹੁਤ ਲੰਬੀ ਹੈ ਵੀ ਇੱਕ ਔਰਤ ਮਿਸਰ ਦੇ ਨਾਲ ਪੰਡਤ ਦੇ ਨਾਲ ਬੈਠੀ ਗੱਲਾਂ ਕਰ ਰਹੀ ਹੁੰਦੀ ਹੈ ਅਤੇ ਅਖੀਰ 'ਚੋਂ ਕਹਿੰਦੀ ਹੈ ਵੀ ਜਾਂ ਤੂੰ ਮੇਰੀ ਗੱਲ ਮੰਨ ਜਾ ਨਹੀਂ ਤਾਂ ਮੈਂ ਰੌਲਾ ਪਾ ਦਿਆਂਗੀ ਅਤੇ ਤੈਨੂੰ ਰਾਜੇ ਨੂੰ ਫੜਾ ਦਿਆਂਗੀ। ਅਸਲ 'ਚ ਉਹਦੇ ਨਾਲ ਆਪਣੇ ਸੈਕਸ਼ੂਅਲ ਸੰਬੰਧ ਆਪਣਾ ਬਣਾਉਣਾ ਚਾਹੁੰਦੀ ਹੁੰਦੀ ਹੈ। ਅਤੇ ਅਖੀਰ ਕੀ ਹੈ ਵੀ ਇਹ ਛਲ ਕੀਤਾ ਉਹਨੇ। ਪੰਡਤ ਦੇ ਜਿਹੜੇ ਪੱਥਰ ਪੁੱਥਰ ਰੱਖੇ ਜਿਨ੍ਹਾਂ ਨੂੰ ਰੱਬ ਪੰਡਤ ਰੱਬ ਮੰਨ ਰਿਹਾ ਉਹ ਪਾਣੀ 'ਚ ਸੁੱਟ ਦਿੱਤੇ। ਇਹ 600 ਮਿਸਰਾ ਛਲਾ ਪਾਹਣ ਦੀਏ ਬਹਾਏ, ਪਾਹਣ ਹੁੰਦਾ ਪੱਥਰ ਜਿਹੜੇ ਸੀ ਪਾਣੀ 'ਚ ਸੁੱਟ ਦਿੱਤੇ। ਅਤੇ ਫਿਰ ਉਹਨੂੰ ਪੰਡਤ ਨੂੰ ਕੀ ਕੀਤਾ, ਮਹਾਕਾਲ ਕੋ ਸਿੱਖ ਕਰ ਮਧਰਾ ਭੰਗ ਪਿਆਏ। ਮਧਰਾ ਸ਼ਰਾਬ ਨੂੰ ਕਹਿੰਦੇ ਆ, ਭੰਗ ਮਤਲਬ ਭੰਗ ਪਿਆ ਕੇ ਮਹਾਕਾਲ ਦਾ ਸਿੱਖ ਬਣਾਇਆ ਗਿਆ। ਇਹ ਉਹਨਾਂ ਦੇ ਮਹਾਕਾਲ ਦਾ ਸਿੱਖ ਬਣਾਇਆ ਹੈ। ਪੰਡਤ ਨੂੰ ਸ਼ਰਾਬ ਭੰਗ ਪਿਲਾ ਕੇ ਉਹਨੂੰ ਅਕਾਲ ਪੁਰਖ ਦਾ ਸਿੱਖ ਨਹੀਂ ਬਣਾਇਆ। ਇਹ ਸਾਨੂੰ ਡਿਫਰੈਂਸ਼ੀਏਟ ਕਰਨ ਦੀ ਲੋੜ ਹੈ ਕਿ ਮਹਾਕਾਲ ਦਾ ਸਿੱਖ ਕਿਵੇਂ ਬਣਦਾ ਹੈ ਅਤੇ ਅਕਾਲ ਪੁਰਖ ਦਾ ਸਿੱਖ ਕਿਵੇਂ ਬਣਦਾ ਹੈ। ਉਹ ਤੁਸੀਂ ਸਮਝ ਲਿਆ ਵੀ 1699 ਦੀ ਵਿਸਾਖੀ ਨੂੰ ਖੰਡੇ ਬਾਟੇ ਦੀ ਪਹੁਲ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦਾ ਸਿੱਖ ਬਣਾਇਆ ਸੀ। 7ਵਾਂ ਸਵਾਲ, ਕੀ ਗੁਰੂ ਜੀ ਦੇਵੀ ਦੇ ਪੁਜਾਰੀ ਸਨ? ਹੁਣ ਮੈਂ 10 ਗ੍ਰੰਥ ਦੀਆਂ ਕੁਝ ਪੰਕਤੀਆਂ ਤੁਹਾਨੂੰ ਡਿਕਟੇਟ ਕਰਕੇ ਜਾਂ ਸੁਣਾਉਣ ਲੱਗਾ। ਸਰਬ ਕਾਲ ਹੈ ਪਿਤਾ ਹਮਾਰਾ, ਦੇਵ ਕਾਲ ਕਾ, ਦੇਵ ਬੱਬੇ ਨੂੰ ਸਿਆਰੀ ਲਿਖਿਆ ਪਰ ਇਹ ਹਿੰਦੀ ਦੇ ਮੁਤਾਬਕ ਹੈ। ਜਦੋਂ ਅਸੀਂ ਇਹਨੂੰ ਪੜ੍ਹਦੇ ਹਾਂ ਪੜ੍ਹਨਾ ਇੱਦਾਂ ਪੈਣਾ, ਦੇਵੀ ਕਾਲ ਕਾ ਮਾਤ ਹਮਾਰਾ, ਪੰਨਾ 10 ਗ੍ਰੰਥ ਦਾ 73। ਇਸ ਨੂੰ ਜੁਗਲ ਭਗਤੀ ਵੀ ਕਹਿੰਦੇ ਆ। ਹਿੰਦੂ ਮਤ 'ਚ ਪ੍ਰਵਾਨ ਹੈ ਜਿਵੇਂ ਰਾਧੇ ਸ਼ਾਮ, ਸੀਤਾ ਰਾਮ, ਵਿਸ਼ਨੂੰ ਲక్ష్ਮੀ, ਮਹਾਕਾਲ ਅਤੇ ਕਾਲਕਾ। ਸਾਰੇ 10 ਗ੍ਰੰਥ ਦੇ ਵਿੱਚ ਜਿੱਥੇ ਕਾਲਕਾ ਦਾ ਜਾਂ ਦੁਰਗਾ ਦਾ ਜਾਂ ਦੇਵੀ ਦਾ ਕਿਤੇ ਜ਼ਿਕਰ ਆਉਂਦਾ ਨਾਲ ਮਹਾਕਾਲ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਤੈ ਹਮ ਅਧਿਕ ਤਪੱਸਿਆ ਸਾਤੀ ਮਹਾਕਾਲ ਕਾਲਕਾ ਆਰਾਧੀ। ਕੁਝ ਅੱਜ ਕੱਲ੍ਹ ਦੇ ਵਿਦਵਾਨ ਇਹਨੂੰ ਕਾਲਕਾ ਦਾ ਕਾਲ ਅਤੇ ਕੱਕਾ ਅੱਡ ਕਰਕੇ ਕਹਿੰਦੇ ਨਹੀਂ ਜੀ ਕਾਲ ਮਹਾਕਾਲ ਅਤੇ ਕਾਲ ਦੀ ਗੱਲ ਹੈ। ਪਰ ਜਿਹੜਾ ਆਰਾਧੀ ਲਫ਼ਜ਼ ਹੈ ਇਹਨੇ ਦੱਸਣਾ ਹੈ ਵੀ ਇਸ ਤੋਂ ਪਹਿਲੇ ਵਾਲਾ ਜਿਹੜਾ ਅੱਖਰ ਹੈ ਉਹ ਮੇਲ ਹੈ ਜਾਂ ਫੀਮੇਲ ਹੈ। ਆਰਾਧੀ ਕਿਸੇ ਫੀਮੇਲ ਦੇ ਨਾਂ ਨਾਲ ਆਏਗਾ। ਦੇਵ ਕਾਲਕਾ ਮਾਤ ਹਮਾਰਾ, ਦੇਵੀ ਕਾਲਕਾ ਮਾਤ ਹਮਾਰਾ, ਸਰਬ ਕਾਲ ਹੈ ਪਿਤਾ ਹਮਾਰਾ। ਇਹਨੂੰ ਜੁਗਲ ਭਗਤੀ ਕਹਿੰਦੇ ਆ। ਅਤੇ ਅੱਗੇ ਗਾ ਤੈ ਹਮ ਅਧਿਕ ਤਪੱਸਿਆ ਸਾਦੀ ਮਹਾਕਾਲ ਕਾਲਕਾ ਆਰਾਧੀ। ਅਤੇ ਫਿਰ ਹੋਇਆ ਕੀ, ਕਾਲਕਾ ਨੂੰ ਆਰਾਧਨ ਨਾਲ ਕਿਰਪਾ ਕਰੀ ਹਮ ਪਰ ਜਗਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲਬਿਕ ਸਕਲ ਦੇ ਕੋ ਹਰਤਾ, ਦੁਸ਼ ਦੋਖੀਨ ਕੋ ਸ਼ੈ ਕਰਤਾ। ਇਹ 1388 ਪੰਨੇ 'ਤੇ ਹੈ। ਜਿਹੜੀ ਸਾਡੀ ਚੌਪਈ ਅਕਾਲ ਤਖਤ 'ਤੇ ਰਹਿਤ ਮਰਜ਼ਾਦਾ ਦੇ ਮੁਤਾਬਕ ਹੈ ਉੱਥੇ ਇਹ ਲਾਈਨਾਂ ਛੱਡ ਦਿੱਤੀਆਂ ਗਈਆਂ, ਪਰ ਟਕਸਾਲੀਆਂ ਨੇ ਇਹ ਲਾਈਨਾਂ ਹੋਰ ਐਡ ਕਰ ਲਈਆਂ। ਜਿਹੜੀ ਸਿੱਖ ਰਹਿਤ ਮਰਜ਼ਾਦਾ ਉਹਦੇ ਵਿੱਚ ਇਹ ਲਾਈਨਾਂ ਇਸ ਕਰਕੇ ਛੱਡ ਦਿੱਤੀਆਂ ਗਈਆਂ ਕਿ ਕਿਰਪਾ ਕਰੀ ਹਮ ਪਰ ਜਗਮਾਤਾ। ਸਿੱਖਾਂ ਨੇ ਸਵਾਲ ਅੱਜ ਤੋਂ 40-50 ਸਾਲ ਪਹਿਲਾਂ ਹੀ ਖੜੇ ਕਰ ਲੈਣੇ ਸੀ ਵੀ ਜਗਮਾਤਾ ਨਾਲ ਸਾਡਾ ਕੀ ਸੰਬੰਧ ਹੈ। 14 ਲੋਕਾਂ ਛਾਇਆ ਜਸ ਜਗ ਮਾਤ ਦਾ,
दुर्गा पाठ बनाया सभे पौड़ियाँ फिर न जोनी आया जिन्हें गाया। ये पौड़ी 55ਵੀਂ है। ये ਜਿਹੜੀ ਚੰਡੀ ਦੀ ਵਾਰ ਹੈ ਉਹ ਤੀਸਰੀ ਵਾਰ ਦੇ ਵਿੱਚੋਂ ਇਹ ਉਹਦੀ ਅਖੀਰਲੀ ਪੌੜੀ ਹੈ। ਇਹ ਮੈਂ ਇਸ ਕਰਕੇ ਕੋਟ ਕਰ ਰਿਹਾ ਕਿਉਂਕਿ ਸਿੱਖਾਂ ਦੀ ਅਰਦਾਸ ਦੀ ਪਹਿਲੀ ਪੌੜੀ ਦਸਮ ਗ੍ਰੰਥ ਦੇ ਪੰਨਾ 119 ਤੇ ਦਰਜ ਹੈ। ਤੇ ਜਿਹਨੂੰ ਇਹ ਕਹਿੰਦੇ ਨਹੀਂ ਜੀ ਇਹ ਵਾਰ ਭਗਉਤੀ ਕੀ ਹੈ, ਡਾਕਟਰ ਰਤਨ ਸਿੰਘ ਜੱਗੀ ਜਿਨ੍ਹਾਂ ਨੇ 1960 ਦੇ ਵਿੱਚ ਦਸਮ ਗ੍ਰੰਥ 'ਤੇ PhD ਕੀਤੀ, ਉਹਨਾਂ ਦਾ ਜਿਹੜਾ ਥੀਸਿਸ ਆ 1965 ਦੇ ਵਿੱਚ ਛਪਿਆ। ਉਸ ਥੀਸਿਸ ਦੀ ਅਸੀਂ ਕਾਪੀ ਮੰਗਵਾ ਕੇ ਉਹਨੂੰ ਬਾਰ-ਬਾਰ ਪੜ੍ਹ ਕੇ ਉਹਦੀ PDF ਫਾਈਲ ਬਣਾ ਕੇ ਆਪਣੀ ਵੈਬਸਾਈਟ singsabha.canada.com 'ਤੇ ਪਾਈ ਹੋਈ ਹੈ। ਕੋਈ ਸੱਜਣ ਪੜ੍ਹਨਾ ਚਾਹੁੰਦਾ ਹੋਵੇ ਤਾਂ ਉਹ ਬੜਾ ਵਧੀਆ ਉਹਨਾਂ ਦਾ ਥੀਸਿਸ ਹੈ, ਤਕਰੀਬਨ 200 ਪੇਜ ਦਾ, 210 ਵੀ ਪੰਨਿਆਂ ਦਾ। ਉਹਨੇ ਨਾਲ ਬਕਾਇਦਾ ਇਹ ਵੀ ਦਿੱਤਾ ਹੋਇਆ ਵੀ ਕਿਹੜੀ ਕਿਹੜੀ ਬੀਟ 'ਚ ਕਿਹੜੀ ਕਿਹੜੀ ਬਾਣੀ ਹੈ, ਕਿਹੜੀ ਨਹੀਂ ਹੈ, ਕਿਹੜੀ ਕਿੱਥੇ ਅੱਗੇ ਪਿੱਛੇ ਸੀਕੁਐਂਸ ਅੱਜ ਦੇ ਗ੍ਰੰਥ ਮੁਤਾਬਕ ਨਹੀਂ ਹੈ। ਅਤੇ ਅੱਜ ਦੇ ਗ੍ਰੰਥ ਜਿਹੜੇ ਖਾਲਸਾ ਮਹਿਮਾ ਦੇ 4 ਸ਼ਬਦ ਆਉਂਦੇ ਹੈ, ਜਿਹੜੇ 4 ਸ਼ਬਦ ਆਉਂਦੇ ਆ ਉਹ ਪੁਰਾਣੀਆਂ 4 ਬੀੜਾਂ ਵਿੱਚ ਜਿਹੜੀਆਂ ਬੀੜਾਂ ਅਸੀਂ ਮੰਨਦੇ ਹਾਂ, ਪਟਨੇ ਵਾਲੀ ਬੀੜ, ਭਾਈ ਮਨੀ ਸਿੰਘ ਵਾਲੀ ਬੀੜ, ਮੋਤੀ ਬਾਗ ਗੁਰਦੁਆਰੇ ਵਾਲੀ ਬੀੜ ਅਤੇ ਇੱਕ ਹੋਰ ਬੀੜ ਹੁਣ ਮੈਨੂੰ ਛੇਤੀ ਨਾਂ ਨਹੀਂ ਯਾਦ ਆ ਰਿਹਾ। ਇਹਨਾਂ 4 ਬੀੜਾਂ ਵਿੱਚ ਖਾਲਸਾ ਮਹਿਮਾ ਦੇ 4 ਸ਼ਬਦ ਨਹੀਂ ਹਨ। ਹੁਣ ਗੱਲ ਚੱਲ ਰਹੀ ਸੀ ਵੀ ਕੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੇਵੀ ਦੇ ਪੁਜਾਰੀ ਹਨ? ਇਹ ਤਾਂ ਜਿਹੜਾ ਸਾਡੇ ਪਹਿਲੀ ਪੌੜੀ ਅਰਦਾਸ ਦੀ ਜਿਹੜੀ ਅਸੀਂ ਤੀਸਰੀ ਚੰਡੀ ਚਰਿੱਤਰ ਦੇ ਵਿੱਚੋਂ ਚੁੱਕਦੇ ਹਾਂ, ਉਹਨੂੰ ਅੱਜ ਕੱਲ੍ਹ ਜਿਹੜੇ ਦਸਮ ਗ੍ਰੰਥ ਦੇ ਹਮਾਇਤੀ ਆ ਉਹ ਕਹਿੰਦੇ ਆ ਇਹ ਵਾਰ ਭਗਉਤੀ ਕੀ ਹੈ, ਪਰ ਇਹ ਵਾਰ ਭਗਉਤੀ ਕੀ ਨਹੀਂ। ਇਸੇ ਹੀ ਚੰਡੀ ਦੇ ਵਾਰ ਦਾ ਜਿਹੜਾ ਆਪਣਾ ਹੈਗਾ ਅਖੀਰਲਾ ਬੰਦ ਉਹ ਇਹ ਦੱਸਦਾ ਹੈ, ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫਿਰ ਨਾ ਜੋਨੀ ਆਇਆ ਜਿਹਨੇ ਇਹ ਗਾਇਆ। ਸੋ ਇਹ ਜਿਹੜੀਆਂ ਤਿੰਨੋਂ ਚੰਡੀ ਚਰਿੱਤਰ ਹੈ ਇਹਦੇ ਬਾਰੇ ਮੈਂ ਥੋੜ੍ਹੀ ਗੱਲ ਕਰ ਲਵਾਂ ਕਿ ਇਹ ਤਿੰਨੋਂ ਚੰਡੀ ਚਰਿੱਤਰ ਮਾਰਕੰਡੇ ਪੁਰਾਣ ਦੇ ਵਿੱਚੋਂ ਪਹਿਲਾ ਚੰਡੀ ਚਰਿੱਤਰ ਆਉਂਦਾ ਹੈ, ਉਹਦੇ 'ਚ 1 ਅਧਿਆਇ ਜ਼ਿਆਦਾ ਹੈ ਅਤੇ ਜਿਹੜਾ ਦੂਸਰਾ ਚੰਡੀ ਚਰਿੱਤਰ ਹੈ ਉਹਦੇ 'ਚ 1 ਅਧਿਆਇ ਘੱਟ ਹੈ, ਪਰ ਸਟੋਰੀ ਤਿੰਨਾਂ ਦੀ ਸੇਮ ਹੈ। ਔਰ ਕਦੇ ਵੀ ਇੱਕ ਲਿਖਾਰੀ ਆਪਣੀ ਲਿਖਤ ਨੂੰ ਤਿੰਨਾਂ ਵੱਖਰੀਆਂ ਵੱਖਰੀਆਂ ਲਿਖਤਾਂ ਦੇ ਵਿੱਚ ਕਦੇ ਨਹੀਂ ਲਿਖੇਗਾ। ਦਸਮ ਗ੍ਰੰਥ ਦਾ ਰੱਬ ਕਿਹੋ ਜਿਹਾ ਹੈ, ਕੀ ਕਰਦਾ ਹੈ? ਸਾਡਾ ਰੱਬ ਜਿਹੜਾ ਜਿਹਨੂੰ ਅਸੀਂ ਮੰਨਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਅਨੁਸਾਰ, ਉਹ ਅਜੂਨੀ ਹੈ, ਉਹ ਦੇਖਣ 'ਚ ਨਹੀਂ ਹੈ ਪਰ ਸਰਬ ਵਿਆਪਕ ਹੈ। ਉਹਦੀ ਅਸੀਂ ਹੋਂਦ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਚੰਗੇ ਗੁਣ ਧਾਰਨ ਕਰਦੇ ਹਾਂ ਕਿ ਅਸੀਂ ਰੱਬ ਦੇ ਉਪਾਸ਼ਕ ਹਾਂ। ਜਿਹੜੇ ਮਾੜੇ ਗੁਣ ਛੱਡਣੇ ਆ, ਚੰਗੇ ਗੁਣ ਅਪਣਾਉਣੇ ਆ। ਪਰ ਦਸਮ ਗ੍ਰੰਥ ਦਾ ਜਿਹੜਾ ਰੱਬ ਹੈ ਉਹ ਕਿਹੋ ਜਿਹਾ? ਚਤੁਰਬਾ ਚਾਰਿੰਗ ਨਜੂਟ ਸੁਧਾਰਿੰਗ, ਉਹਦੀਆਂ 4 ਬਾਹਾਂ, ਸਿਰ 'ਤੇ ਜੂੜਾ। ਨਜੂਟ ਸੁਧਾਰਿੰਗ, ਉਹਦੇ ਸਿਰ 'ਤੇ ਜੂੜਾ ਹੈ। ਗਦਾ ਪਾਸ ਹੋਏਗਾ, ਉਹਦੇ ਪਾਸ ਗਦਾ ਵੀ ਹੈਗੀ, ਜਿੱਦਾਂ ਹਨੂੰਮਾਨ ਦੇ ਮੋਢੇ 'ਤੇ ਗਦਾ ਰੱਖੀ ਹੁੰਦੀ ਹੈ, ਇਹ ਉਸ ਗਦਾ ਦੀ ਗੱਲ ਹੋ ਰਹੀ ਹੈ। ਜੰਮਿੰਗ ਮਨ ਮੋਹਿੰਗ, ਸ਼ੁਭ ਜੀਵ ਜਵਾਲਿੰਗ, ਉਹ ਮਨ ਨੂੰ ਮੋਹਣ ਵਾਲਾ ਹੈ। ਜੀਵ ਜਵਾਲਿੰਗ, ਉਹਦੀ ਜ਼ੁਬਾਨ ਦੇ ਵਿੱਚੋਂ ਅੱਗ ਨਿਕਲਦੀ ਹੈ। ਸੋ ਦਾੜਾ ਕਰਾਲਿੰਗ, ਉਹਦੀਆਂ ਦਾੜਾਂ ਜਿਹੜੀਆਂ ਹੈਗੀਆਂ ਡਰਾਉਣੀਆਂ ਹਨ। ਇਹ ਦਸਮ ਗ੍ਰੰਥ ਦੇ ਪੰਨਾ 41 ਨੰਬਰ 'ਤੇ ਹੈ। ਇਸ ਦੇ ਉਲਟ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1359 'ਤੇ ਸ਼ਲੋਕ ਦਰਜ ਹੈ ਕਿ ਸਾਡੇ ਰੱਬ ਦੇ ਕੋਲ ਨਾ ਗਦਾ ਹੈ, ਨਾ ਸੰਖ ਹੈ, ਨਾ ਉਹਦੇ ਸਿਰ 'ਤੇ ਜੂੜਾ ਹੈ, ਅਤੇ ਨਾ ਹੀ ਉਹਨੂੰ ਇਹੋ ਜਿਹੀ ਕਿਸੇ ਚੀਜ਼ ਦੀ ਲੋੜ ਹੈ ਕਿਉਂਕਿ ਉਹਦਾ ਸਰੀਰ ਕੋਈ ਨਹੀਂ। ਜੋ ਦੀਸਾ ਸੋ ਵਿੰਸਣਾ, ਇਹ ਵੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ। ਅਤੇ ਜੋ ਜਨਮੇ ਸੋ ਵਿੰਸ ਹੈ ਪਰ ਉਹ ਅੱਜ ਕਾ ਕਾਲ, ਇਹ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ। ਜਿਹੜਾ ਜੰਮਿਆ ਉਹਨੇ ਮਰਨਾ ਹੀ ਮਰਨਾ ਹੈ, ਅਤੇ ਫਿਰ ਜਿਹੜਾ ਮਹਾਕਾਲ ਹੈ ਉਹ ਤਾਂ ਮਰ ਗਿਆ ਹੋਏਗਾ ਕਿਉਂਕਿ ਉਹ ਕਦੇ ਸ਼ਰਾਬ ਪੀ ਕੇ ਜੰਗਲ 'ਚ ਭਮਕਾ ਮਾਰਦਾ ਫਿਰਦਾ ਸ਼ੇਰ ਦੇ ਬੱਚੇ ਵਾਂਗੂ, ਅਤੇ ਕਦੇ ਝਾਂਜਰਾਂ ਪਾ ਕੇ ਪੈਰਾਂ 'ਚ ਨਚਾਰਾਂ ਵਾਂਗੂ, ਜਾਂ ਜਿਹੜੇ ਆਪਣੇ ਨਚਾਰ ਤੋਰੇ ਫਿਰਦੇ ਉਹਨਾਂ ਵਾਂਗੂ ਇਹ ਨੱਚਦਾ ਫਿਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਲੋਕ 1359 ਪੰਨੇ 'ਤੇ ਦਰਜ ਹੈਗਾ, ਨਾ ਸੰਖਿੰਗ ਨਾ ਚੱਕਰਿੰਗ ਨਾ ਗਦਾ ਨਾ ਸਿਆਮਿੰਗ, ਅਸਚਰਜ ਰੂਪ ਰਹੰਤ ਜਨਮਿੰਗ। ਰਹੰਤ ਜਨਮਿੰਗ, ਉਹ ਪੈਦਾ ਨਹੀਂ ਹੁੰਦਾ, ਨਾ ਉਹਦੇ ਕੋਲ ਸੰਖ ਹੈ, ਨਾ ਚੱਕਰ ਹੈ, ਨਾ ਗਦਾ ਹੈ, ਅਤੇ ਅਸਚਰਜ ਉਹਦਾ ਰੂਪ ਹੈ ਪਰ ਉਹਦੇ ਕੋਲ ਉਹ ਜਨਮ ਨਹੀਂ ਲੈਂਦਾ। ਨੇਤ ਨੇਤ ਕਥਿਤ ਵੇਦਾ ਊਚ ਮੂਚ ਅਪਾਰ ਗੋਬਿੰਦਾ ਹੈ। ਇਹ ਸਾਰੀਆਂ ਗੱਲਾਂ ਤੋਂ ਜਿਹੜਾ ਸਾਡਾ ਗੋਬਿੰਦਾ ਹੈ, ਜਿਹੜਾ ਪਰਮਾਤਮਾ ਹੈ, ਉਹ ਪਾਰ ਹੈ। ਹੁਣ ਦਸਮ ਗ੍ਰੰਥ ਦਾ ਰੱਬ ਜਿਹੜਾ ਮੈਂ ਪਹਿਲਾਂ ਕਹਿ ਕੇ ਗਿਆ, ਉਹ ਸ਼ਰਾਬ ਵੀ ਪੀਂਦਾ ਹੈ। ਮਦਰਾ ਕਰ ਮਤ ਮਹਾ ਭਬਕਿੰਗ, ਬਨਮੈ ਮਨੋ ਬਾਗ ਬੱਚਾ ਬਬਕਿੰਗ, ਪੰਨਾ 42 'ਤੇ। ਦਸਮ ਗ੍ਰੰਥ ਦਾ ਰੱਬ ਜਿਹੜਾ ਹੈ ਉਹ ਸ਼ਰਾਬ ਪੀ ਕੇ ਜੰਗਲ 'ਚ ਜਾ ਕੇ ਬਾਗ ਦੇ ਬੱਚੇ ਵਾਂਗੂ ਦੜਾਉਂਦਾ ਵੀ ਹੈ ਜਾਂ ਭਮਕਾ ਮਾਰਦਾ ਹੈਗਾ।
ਦਸ ਗ੍ਰੰਥ ਵਿੱਚ ਸ੍ਰਿਸ਼ਟੀ ਸਾਜਣ ਦਾ ਢੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰਿਸ਼ਟੀ ਦੇ ਸਾਜਣ ਦੇ ਉਲਟ ਹੈ। ਦਸਮ ਗ੍ਰੰਥ ਕੀ ਕਹਿੰਦਾ ਹੈ ਵੀ ਸ੍ਰਿਸ਼ਟੀ ਬਣਾਈ ਕਿਵੇਂ? ਇੱਕ ਸਰਵਣ ਤੇ ਮੈਲ ਨਕਾਰਾ ਤਾਂ ਤੇ ਮਧ ਕੀਟਬ ਧਨ ਤਾਰਾ, ਦੁਤੀਆ ਕੰਨ ਤੇ ਮੈਲ ਨਕਾਰੀ ਤਾਂ ਤੇ ਭਈ ਸ੍ਰਿਸ਼ਟੀ ਸਾਰੀ। ਪਹਿਲਾਂ ਉਹ ਕਹਿੰਦਾ ਜੀ ਇੱਕ ਕੰਨ ਤੋਂ ਮੈਲ ਨਿਕਾਲੀ, ਉਹਦੇ ਨਾਲ ਕੀੜੇ ਮਕੌੜੇ ਬਣਾਏ। ਹਜੇ ਧਰਤੀ ਬਣੀ ਨਹੀਂ ਹੈ। ਮੇਰਾ ਸਵਾਲ ਇਹ ਹਰੀ ਸਿੰਘ ਰੰਧਾਵੇ ਵਾਲੇ ਨੂੰ, ਜਿਹੜਾ ਉਦੋਂ ਸੰਤ ਸਮਾਜ ਦਾ ਸਕੱਤਰ ਸੀ, ਇਹ ਸੀ ਵੀ ਹਰੀ ਸਿੰਘ ਜੀ ਦੱਸੋ, ਜੇ ਇੱਕ ਕੰਨ ਤੋਂ ਮੈਲ ਨਿਕਾਲੀ ਹੈ, ਧਰਤੀ ਬਣੀ ਨਹੀਂ, ਫਿਰ ਜਿਹੜਾ ਲਿਖਾਰੀ ਲਿਖ ਰਿਹਾ ਹੈ ਵੀ ਇੱਕ ਕੰਨ ਤੇ ਮੈਲ ਨਿਕਾਲੀ, ਇੱਕ ਸਰਵਣ ਤੇ ਮੈਲ ਨਿਕਾਰਾ ਤਾਂ ਤੇ ਮਧ ਕੀਟ ਧਨ ਤਾਰਾ। ਜਿਹੜੇ ਕੀੜੇ ਮਕੌੜੇ ਬਣਾਏ ਸੀ ਉਹ ਰੱਖੇ ਕਿੱਥੇ? ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਤੇ ਫਿਰ ਕੀ ਕੀਤਾ ਮਹਾਕਾਲ ਨੇ? ਦੁਤੀਆ ਕੰਨ ਤੇ ਮੈਲ ਨਿਕਾਰੀ ਤਾਂ ਤੇ ਭਈ ਸ੍ਰਿਸ਼ਟੀ ਸਾਰੀ। ਦੂਜੇ ਕੰਨ ਦੇ ਵਿੱਚੋਂ ਮੈਲ ਨਿਕਾਲ ਕੇ ਇਹ ਸ੍ਰਿਸ਼ਟੀ ਬਣਦੀ ਹੈ। ਹੁਣ ਸਾਡੇ ਕੋਲ ਗੁਰੂ ਨਾਨਕ ਸਾਹਿਬ ਦਾ ਹੁਕਮ ਕੀ ਹੈ? ਜਪਜੀ ਬਾਣੀ ਦੇ ਵਿੱਚ ਹੀ ਆ ਜਾਂਦਾ ਹੈ, ਥਿਤਵਾ ਨਾ ਜੋਗੀ ਜਾਣਾ, ਰੁਤਮਾ ਨਾ ਕੋਈ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣਾ ਸੋਈ। ਪਰਮਾਤਮਾ ਨੂੰ ਪਤਾ ਹੈ ਵੀ ਇਹ ਸ੍ਰਿਸ਼ਟੀ ਕਿਵੇਂ ਬਣੀ। ਕੋਈ ਬੰਦਾ ਇਹਦੀ ਡੇਟ ਨਹੀਂ ਦੱਸ ਸਕਦਾ ਵੀ ਸ੍ਰਿਸ਼ਟੀ ਬਣੀ ਕਦੋਂ ਤੇ ਕਿਹਨੇ ਤੇ ਕਿਵੇਂ ਬਣਾਈ। 11ਵਾਂ ਸਵਾਲ ਹੈ ਜੀ, ਦਸਮ ਗ੍ਰੰਥ ਦੇ ਚਰਿੱਤਰ ਨੰਬਰ 901 ਤੇ 71 ਨੰਬਰ। ਦਸਮ ਗ੍ਰੰਥ ਦਾ ਪੰਨਾ 901 ਚਰਿੱਤਰ ਨੰਬਰ 71 ਵਿੱਚ ਲਿਖਿਆ ਹੈ ਕਿ ਗੁਰੂ ਜੀ ਪੌਂਟਾ ਨਗਰ ਪਹੁੰਚ ਕੇ ਆਪਣੇ ਸਿਪਾਹੀਆਂ ਨੂੰ ਪੱਗਾਂ ਦੇਣ ਦੀ ਇੱਛਾ ਜ਼ਾਹਰ ਕਰਦੇ ਆ, ਪਰ ਬਾਜ਼ਾਰ ਵਿੱਚ ਮਲਮਲ ਦੀ ਇੱਕ ਵੀ ਪੱਗ ਉਪਲਬਧ ਨਹੀਂ। ਤਾਂ ਗੁਰੂ ਜੀ ਨੇ ਇੱਕ ਦਿਨ ਕਪਾਲ ਮੋਚਨ ਤੀਰਥ ਜਾ ਕੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਇਸ ਤੀਰਥ 'ਤੇ ਖੜ੍ਹ ਕੇ ਪਿਸ਼ਾਬ ਕਰਨ ਵਾਲੀਆਂ ਪੱਗਾਂ ਉਤਾਰ ਲਈਆਂ ਜਾਣ। ਅਤੇ ਗੁਰੂ ਜੀ ਦੇ ਸਿਪਾਹੀਆਂ ਨੇ ਇੱਕ ਦਿਨ ਵਿੱਚ 800 ਪੱਗਾਂ ਉਤਾਰ ਲਈਆਂ। ਗੁਰੂ ਜੀ ਨੇ ਪੱਗਾਂ ਧਵਾ ਕੇ ਆਪਣੀਆਂ ਸਿਪਾਹੀਆਂ ਨੂੰ ਵੰਡ ਦੇਣ ਤੋਂ ਬਾਅਦ ਜੋ ਬੱਕੀਆਂ ਵੇਚ ਦਿੱਤੀਆਂ। ਇਹਦੀ ਅਸੀਂ ਇੱਕ ਰਿਕਾਰਡਿੰਗ ਵੱਖਰੀ ਹੋਰ ਕਰਕੇ ਪਾ ਚੁੱਕੇ ਹਾਂ। ਕਪਾਲ ਮੋਚਨ, ਅਸਲੀ ਕਪਾਲ ਮੋਚਨ ਬਨਾਰਸ 'ਚ ਹੈ, ਜਿਹੜਾ ਉਸ ਤੋਂ ਬਾਅਦ 1820 ਤੋਂ ਬਾਅਦ ਅੰਗਰੇਜ਼ਾਂ ਨੇ ਬਣਾਇਆ। 1820 ਤੋਂ ਪਹਿਲਾਂ ਜਿੱਥੇ ਅੱਜ ਆਪਾਂ ਬਿਲਾਸਪੁਰ ਰਿਆਸਤ ਦੇ ਵਿੱਚ ਕਪਾਲ ਮੋਚਨ ਵੇਖਦੇ ਹਾਂ, ਜ਼ਿਲ੍ਹਾ ਕੁਰਕਸ਼ੇਤਰ 'ਚ ਨਹੀਂ, ਯਮੁਨਾ ਨਗਰ 'ਚ, ਜ਼ਿਲ੍ਹਾ ਯਮੁਨਾ ਨਗਰ ਦੇ ਵਿੱਚ ਜਿਹੜਾ ਵੇਖਦੇ ਹਾਂ, ਇਹ ਤੀਰਥ ਸਥਾਨ 1820 ਤੋਂ ਬਾਅਦ ਅੰਗਰੇਜ਼ਾਂ ਦੀ ਬਦੌਲਤ ਇਹ ਬਣਾਇਆ ਗਿਆ। ਇਸ ਤੀਰਥ ਦੇ ਮਹਾਨਤਾ ਬਣਾਉਣ ਵਾਸਤੇ ਇਹਦੇ ਨਾਲ ਉਹ ਪੁਰਾਣੀ ਕਹਾਣੀ ਸਾਰੀ ਜੋੜ ਦਿੱਤੀ ਗਈ ਕਿ ਬ੍ਰਹਮਾ ਆਪਣੀ ਲੜਕੀ ਦੇ ਨਾਲ ਬਲਾਤਕਾਰ ਕਰ ਰਿਹਾ ਸੀ ਅਤੇ ਸ਼ਿਵ ਜੀ ਨੇ ਆ ਕੇ ਉਹਦਾ ਸਿਰ ਕੱਟ ਦਿੱਤਾ ਅਤੇ ਬ੍ਰਹਮਾ ਦਾ ਸਿਰ ਸ਼ਿਵ ਜੀ ਦੇ ਹੱਥ ਨਾਲ ਜੁੜ ਗਿਆ ਅਤੇ ਉਹ ਇੱਧਰ ਉੱਧਰ ਤੀਰਥਾਂ 'ਤੇ ਭਟਕਦਾ ਫਿਰਦਾ ਰਿਹਾ ਅਤੇ ਫਿਰ ਉਹਦਾ ਇੱਥੇ ਆ ਕੇ ਸਿਰ ਲੱਥ ਗਿਆ। ਪਰ ਇਸ ਦੇ ਉਲਟ 695 ਪੰਨੇ 'ਤੇ ਭਗਤ ਤਰਲੋਚਨ ਜੀ ਦਾ ਸ਼ਬਦ ਹੈ ਜਿਹੜਾ ਇਹ ਗੱਲ ਕਰਦਾ ਹੈ ਕਿ ਸ਼ਿਵ ਜੀ ਦਾ ਸਿਰ ਹੱਥ ਨਾਲੋਂ ਨਹੀਂ ਲੱਥਾ, ਭਾਵੇਂ ਉਹ ਕਿੰਨੇ ਵੀ ਤੀਰਥਾਂ 'ਤੇ ਨਹਾਉਂਦਾ ਗਿਆ। ਸਾਡੇ ਕੋਲ ਪ੍ਰਮਾਣਿਕਤਾ ਗੁਰੂ ਗ੍ਰੰਥ ਸਾਹਿਬ ਦੀ ਹੈ। ਅਸੀਂ ਸਿਵਾਏ ਗੁਰੂ ਗ੍ਰੰਥ ਸਾਹਿਬ ਦੇ ਹੋਰ ਕਿਸੇ ਗ੍ਰੰਥ ਦੀ ਕਿਸੇ ਉਦਾਹਰਨ ਨੂੰ ਨਹੀਂ ਮੰਨਦੇ ਅਤੇ ਇਹ ਗੱਲ ਗਲਤ ਇੱਥੋਂ ਹੀ ਸਾਬਤ ਹੋ ਜਾਂਦੀ ਹੈ। 695 ਪੰਨੇ 'ਤੇ ਜਿਹੜਾ ਆਪਣਾ ਸ਼ਬਦ ਹੈਗਾ ਉਹ ਕਰਮ ਸੋ ਕਰਮ ਥਾਰੋਰੀ, ਅਤੇ ਇਸ ਤੋਂ ਪਹਿਲਾਂ ਪੰਕਤੀ ਆਉਂਦੀ ਹੈ ਵੀ ਤੂੰ ਪਰਮਾਤਮਾ ਨੂੰ ਕਾਹੇ ਨਿੰਦਕ ਭੂਲੀ ਗਵਾਰੀ, ਨਾਰਾਇਣ ਨਿੰਦਕ ਕਾਹੇ ਭੂਲੀ ਗਵਾਰੀ, ਦੋ ਕਿਰਤ ਸੋ ਕਿਰਤ ਥਾਰੋ ਕਰਮਰੀ, ਸੰਕਰਾ ਮਸਤਕ ਬਸਤਾ ਸੁਰਸਰੀ, ਇਸ਼ਨਾਨ ਰੇ ਕੁਲ ਜਨ ਮਦੇ ਮਿਲੋ ਸਾਰੰਗ ਪਾਣ ਰੇ, ਕਰਮ ਕਰ ਕਲੰਕ ਮਫੀਟ ਸ੍ਰੀ, ਵਿਸ਼ਵ ਕਾ ਦੀਪਕ ਸਵਾਮੀ ਤਾਂਚੇ ਰੇ ਸਵਾਮੀ ਪੰਖੀ ਰਾਏ ਗਰੁੜ ਤਾਂਚੇ ਬਾਧਵਾ, ਕਰਮ ਕਰ ਅਰਣ ਪਿੰਗਲਾਰੀ। ਇਹਦੇ ਅਗਲੀਆਂ ਜੋ ਦੋ ਪੰਕਤੀਆਂ ਹੈ, ਅਨਕ ਪਾਤਕ ਹਰਤਾ ਤ੍ਰੈ ਭਵਨ ਨਾਥ ਰੀ, ਤੀਰਥ ਤੀਰਥ ਭਰਮਤਾ ਲਹਿ ਨਾ ਪਾਰ ਰੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਵੀ ਉਹਦਾ ਤੀਰਥਾਂ 'ਤੇ ਭਟਕਦਾ ਰਿਹਾ ਅਤੇ ਉਹਦਾ ਜਿਹੜਾ ਸੀਗਾ ਆਪਣਾ ਬ੍ਰਹਮਾ ਦਾ ਸਿਰ ਉਹਦੇ ਹੱਥ ਨਾਲੋਂ ਨਹੀਂ ਲੱਥਾ। ਕਰਮ ਕਰ ਸਿਰ ਹੱਥ ਨਾਲੋਂ ਨਹੀਂ ਲੱਥਾ। ਹੁਣ ਵੇਖੋ ਕਹਾਣੀਆਂ ਕੱਢ ਕੇ ਸੁਣਾਈਆਂ ਜਾਂਦੀਆਂ ਅਤੇ ਸਾਡੇ ਮਲਵਈ ਲੋਕ ਜਿਹੜੇ ਆਪਣੇ ਮਹੰਤਾਂ ਦੇ ਪ੍ਰਚਾਰ ਦੇ ਅਸਰ ਹੇਠ ਹੈਗੇ ਆ, ਉਹ ਇੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਜਾਂਦੇ ਆ ਅਤੇ ਖਾਸ ਕਰਕੇ ਮੇਲਾ ਲੱਗਦਾ ਨਵੰਬਰ ਦੇ ਵਿੱਚ। ਉਦੋਂ ਕਈ ਹਜ਼ਾਰਾਂ ਲੋਕ ਉੱਥੇ ਤੁਰੇ ਫਿਰਦੇ ਆ, ਉੱਥੇ ਇਸ਼ਨਾਨ ਕਰਦੇ ਆ, ਜਦੋਂ ਕਿ ਗੁਰਬਾਣੀ ਇਸੇ ਇਸ਼ਨਾਨਾਂ ਨੂੰ ਕੱਟਦੀ ਹੈ।
ਕਰਮ ਕਰ ਕਪਾਲ ਮੱਫੀ ਦਸਰੀ, ਮਾਫ ਕਰਨਾ ਜੀ ਕਈ ਵਾਰ ਪੰਕਤੀਆਂ ਜ਼ਬਾਨੀ ਯਾਦ ਨਹੀਂ ਹੁੰਦੀਆਂ, ਉਹ ਦੇਖਣੀਆਂ ਪੈਂਦੀਆਂ। ਉਹ ਕਹਿੰਦੇ ਜਿਹੜੇ ਇਹ ਜਿਹੜਾ ਸਰਾਫ ਮਿਲਿਆ ਸੀ ਜਾਂ ਉਹਦੇ ਹੱਥ ਦੇ ਨਾਲ ਉਹ ਜਿਹੜਾ ਜੁੜਿਆ ਸੀ, ਇਹਦੇ ਵਿੱਚ ਇੱਕ ਨਹੀਂ ਗਰੜ ਦਾ ਵੀ ਜਿਹੜਾ ਜਿਹੜਾ ਪੰਛੀ ਹੈਗਾ, ਜਾਂ ਹਨੂਮਾਨ ਦੀ ਕੱਛ ਦਾ ਵੀ ਸਾਰਾ ਜ਼ਿਕਰ ਕਰਕੇ ਸਾਰੇ ਪਖੰਡ ਦੀਆਂ ਜਿਹੜੀਆਂ ਕਹਾਣੀਆਂ ਹਿੰਦੂ ਧਰਮ ਦੇ ਵਿੱਚ ਆ ਉਹਨਾਂ ਨੂੰ ਸਾਰੀਆਂ ਨੂੰ ਇਹ ਭਗਤ ਤਰਲੋਚਨ ਜੀ ਇਸ ਸ਼ਲੋਕ ਦੇ ਵਿੱਚ ਕੱਟਦੇ ਆ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ। ਗੁਰੂ ਜੀ ਜੰਗ ਵਿੱਚ ਹਾਰੇ ਕਿਸੇ ਮਨੁੱਖ ਦਾ ਸਿਰ ਮੁੰਨ ਕੇ ਸ਼ਹਿਰ ਵਿੱਚ ਗੇੜੇ ਕਢਵਾਉਣਗੇ। ਮੈਂ ਇਹ ਬਾਣੀ ਦੇ 10 ਗ੍ਰੰਥ ਦੀ ਬਾਣੀ ਦੇ ਆਧਾਰ 'ਤੇ ਗੱਲ ਸਵਾਲ ਪਾਇਆ ਜੀ। 10 ਗ੍ਰੰਥ ਦੇ ਪੰਨਾ 72 'ਤੇ ਲਿਖਿਆ, ਮੂੰਡ ਮੂੰਡ ਕਰ ਸ਼ਹਿਰ ਫਿਰਾਏ, ਕਾਰ ਭੇਟ ਜਨ ਲੈਣ ਸਦਾਏ। ਸਿਰ ਮੁੰਨ ਕੇ ਹਾਰੇ ਹੋਏ ਲੋਕਾਂ ਨੂੰ ਆਪਣਾ ਸਿਰ ਮੁੰਨ ਕੇ ਹਾਰੇ ਹੋਏ ਲੋਕਾਂ ਨੂੰ ਸ਼ਹਿਰ 'ਚ ਫੇਰਿਆ ਗਿਆ। ਔਰ ਇਹਦੇ ਤੇ ਅਗਲੀਆਂ ਦੋ ਕਿਤੇ ਪੰਕਤੀਆਂ ਰਹਿ ਗਈਆਂ ਲਿਖਣ ਵਾਲੀਆਂ, ਉਹ ਇਹ ਵੀ ਹੈ ਜਿਹੜੇ ਮਾਰ ਕੇ ਉਹਨਾਂ ਨੂੰ ਦਰਖਤਾਂ ਨਾਲ ਟੰਗ ਦਿੱਤਾ ਗਿਆ। ਸਾਡੇ ਗੁਰੂ ਸਾਹਿਬਾਨ ਇਹੋ ਜਿਹੇ ਜ਼ਾਲਮ ਗੱਲ ਨਹੀਂ ਕਰਦੇ। 10 ਗ੍ਰੰਥ ਦੇ ਲਿਖਾਰੀ ਦਾ ਨੇ ਥਾਂ ਥਾਂ ਆਪਣਾ ਨਾਮ ਲਿਖਿਆ ਹੋਇਆ। ਜਿਹੜੇ ਬੰਦੇ ਕਹਿੰਦੇ ਆ ਨਾ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਗ੍ਰੰਥ ਹੈਗਾ, ਮੈਂ ਤੁਹਾਨੂੰ ਪੰਨਾ ਨੰਬਰ ਦੇਣ ਲੱਗਾ। ਸੁਣਿਓ ਸੰਤ ਸਭਾ ਚਿਤਲਾਈ, ਵਰਨਤ ਸਿਆਮ ਜਥਾ ਮਤ ਭਾਈ। 10 ਗ੍ਰੰਥ ਦੇ ਪੰਨਾ 155 ਤੇ ਸਿਆਮ ਕਵੀ ਨੇ ਆਪਣਾ ਨਾਮ ਲਿਖ ਦਿੱਤਾ। ਵਰਨਤ ਸਿਆਮ ਜਥਾ ਮਤ ਭਾਈ, ਮਿਲ ਦੇਵ ਅਦੇਵਨ ਸਿੰਧ ਮਥਿਓ, ਕਵੀ ਸਿਆਮ ਕਵਿਤਨ ਮਦ ਕਵਿਓ ਕਥਿਓ। ਹਾਂਜੀ ਚਲੋ ਮੈਂ ਤਾਂ ਛੱਡਤਾ ਸੀ, ਕੋਈ ਗੱਲ ਨਹੀਂ। ਮਿਲ ਦੇਵ ਅਦੇਵਨ ਸਿੰਧ ਮਥਿਓ, ਕਵੀ ਸਿਆਮ ਕਵਿਤਨ ਮਦ ਕਵਿਓ ਕਥਿਓ। ਪੰਨਾ 160, ਮਾਰ ਚੂਮ ਸੋ ਬਿਦਰ ਦਈ, ਕਵੀ ਰਾਮ ਕਹੈ ਬੋਲ ਸੋ ਨਿਰਭ ਗਾਜਿਓ। ਪੰਨਾ 408, ਕਥਾ 17ਵੀਂ ਰਾਮ ਕਵੀ ਉਚਾਰ ਹਿਤ ਚਿਤ ਲਾਏ। ਪੰਨਾ 835, ਕਵੀ ਸਿਆਮ ਪੂਰਨ ਪਇਓ, ਤਬ ਹੀ ਕਥਾ ਪਰ ਸੰਗ। ਪੰਨਾ 1355 1355। ਇਹ ਤੁਹਾਨੂੰ 5-6 ਐਗਜ਼ਾਮਪਲਾਂ ਦਿੱਤੀਆਂ, ਪਰ ਜੇ ਤੁਸੀਂ 333 ਪੰਨਾ ਵੇਖੋਗੇ ਗੁਰੂ ਗ੍ਰੰਥ ਸਾਹਿਬ ਦਾ, ਤਾਂ ਉੱਥੇ ਇੱਕ ਪੇਜ 'ਤੇ ਕਵੀ ਸਿਆਮ 4-4 5-5 ਵੇਰਾਂ ਆਇਆ ਹੋਇਆ। ਜਦੋਂ ਲਿਖਾਰੀ ਆਪਣਾ ਨਾਮ ਕਵੀ ਸਿਆਮ ਕਵੀ ਰਾਮ ਕਵੀ ਕੱਲ ਲਿਖਦਾ ਪਿਆ, ਫਿਰ ਅਸੀਂ ਇਹ ਕਿੱਦਾਂ ਮੰਨ ਲਈਏ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਦੇ ਲਿਖਾਰੀ ਹਨ। ਪਰ ਜਿਹੜੇ ਆਪਣੇ ਸਾਧ ਅੱਜ ਕੱਲ੍ਹ ਉਹ ਦਵਾਈਆਂ ਵੇਚਦੇ ਪਏ ਆ, ਆਪਣੇ ਹਰੀ ਸਿੰਘ ਰੰਧਾਵੇ ਵਾਲੇ, ਉਹ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਛੋਟੇ ਹੁੰਦਿਆਂ ਦਾ ਜਿਹੜਾ ਨਿਕ ਨੇਮ ਸੀ ਉਹ ਰਾਮ ਸੀ, ਸਿਆਮ ਸੀ। ਚਲੋ ਰਾਮ ਸਿਆਮ ਮੰਨ ਲਿਆ, ਫਿਰ ਕਵੀ ਕੱਲ ਕਿੱਥੋਂ ਆ ਗਿਆ? ਇਹ ਤਾਂ 3-4 ਕਵੀਆਂ ਦੇ ਨਾਂ ਹੈ, ਉਹਨਾਂ ਦੋ ਪੰਨਿਆਂ 'ਤੇ ਹੀ। ਹੁਣ ਗੱਲ ਅੱਗੇ ਫਿਰ ਚੱਲਦੀ ਹੈ ਵੀ ਇਹ ਸਾਬਤ ਕਰਨ ਲਈ ਕਿ 10 ਗ੍ਰੰਥ ਦਾ ਕਵੀ ਰਾਮ ਸਿਆਮ ਦੀ ਰਚਨਾ ਹੈ। 10 ਗ੍ਰੰਥ ਵਿੱਚ ਅਜਿਹੇ ਸੈਂਕੜੇ ਹਵਾਲੇ ਦਿੱਤੇ ਜਾ ਸਕਦੇ ਨੇ। ਮਹਾਨ ਕੋਸ਼ ਦੇ ਪੰਨਾ 845 ਤੇ ਗੁਰੂ ਜੀ ਕਵੀਆਂ ਦਾ ਨਾਮ ਦਰਜ ਕਰਦੇ ਹਨ। ਮਹਾਨ ਕੋਸ਼ ਦੇ ਪੰਨਾ 845 ਤੇ ਇਹ ਲਿਖੀ ਹੋਈ ਹੈ ਇਨਫੋਰਮੇਸ਼ਨ। ਕਵੀ ਸਿਆਮ ਕਵੀ ਦਾ ਨੰਬਰ 13 ਤੇ ਹੈ ਤੇ ਰਾਮ ਕਵੀ ਦਾ ਨੰਬਰ 49 ਪੰਨੇ ਨੰਬਰ 49ਵਾਂ ਨੰਬਰ ਹੈ। ਮਹਾਨ ਕੋਸ਼ ਦੇ ਪੰਨਾ 845 ਤੇ ਗੁਰੂ ਜੀ ਦੇ 52 ਕਵੀਆਂ ਦੇ ਨਾਮ ਦਰਜ ਹਨ। ਸਿਆਮ ਕਵੀ ਦਾ ਨੰਬਰ 13 ਤੇ ਰਾਮ ਕਵੀ ਦਾ ਨੰਬਰ 49। 14ਵਾਂ ਸਵਾਲ ਹੈ ਜੀ, ਕੀ ਗੁਰੂ ਜੀ 10 ਗ੍ਰੰਥ ਵਿੱਚ ਅੰਗਰੇਜ਼ੀ ਦੇ ਅੱਖਰ ਵੀ ਵਰਤਦੇ ਹਨ? ਮੈਂ ਬੜੀ ਵਾਰੀ 10 ਗ੍ਰੰਥ ਪੜ੍ਹ ਕੇ ਉਹਦੇ ਅੱਖਰ ਨੋਟ ਕਰਕੇ ਤੁਹਾਡੇ ਸਾਹਮਣੇ ਰੱਖਣ ਲੱਗਾ ਜੀ। ਜੇ ਤੁਹਾਡੇ ਕੋਲ ਕਾਗਜ਼ ਪੈਨ ਹੋਵੇ ਤਾਂ ਨੋਟ ਕਰ ਲੈਣਾ ਜੀ। ਧੰਨਵਾਦ ਤੁਹਾਡਾ। ਏਕ ਮਾਰਗ ਦੂਰ ਹੈ ਇੱਕ ਨੀਅਰ ਹੈ ਸੁਣ ਰਾਮ, ਰਾਹਤ ਮਾਰਤ ਰਾਸ਼ਮੀ ਯਹ ਤਾਰਿਕਾ ਗਣੀ ਨਾਮ। ਇਹ ਇੱਕ 10 ਗ੍ਰੰਥ ਦੇ ਪੰਨਾ 194 ਤੇ ਉੱਪਰੋਂ ਤੀਸਰੀ ਲਾਈਨ ਹੈ। ਅਤੇ ਇਹਦੇ 'ਤੇ ਨੀਅਰ ਦੇ ਨੇੜੇ ਉੱਤੇ ਏਕਾ ਪਾ ਕੇ ਥੱਲੇ 10 ਗ੍ਰੰਥ ਦੇ ਵਿੱਚ ਲਿਖਿਆ ਹੋਇਆ ਨੀਅਰ ਨੇੜੇ। ਜਦੋਂ ਸਾਡੇ ਕੋਲ ਸ਼ਬਦ ਨੇੜੇ ਹੈ ਤਾਂ ਲਿਖਾਰੀ ਨੂੰ ਨੀਅਰ ਲਫ਼ਜ਼ ਵਰਤਣ ਦੀ ਕੀ ਲੋੜ ਸੀ? ਅਸਲ 'ਚ ਇਹ ਜਿਹੜਾ ਚੋਰ ਚੋਰੀ ਕਰਦਾ ਉਹ ਪੈੜ ਜ਼ਰੂਰ ਛੱਡ ਜਾਂਦਾ ਹੈ, ਆਪਣੇ ਚੋਰੀ ਕਰਨ ਦਾ ਸਬੂਤ ਛੱਡਦਾ ਹੈ।
ਤੇ ਇਹ ਸਾਬਤ ਕਰਦਾ ਹੈ ਕਿ ਇਹ ਗ੍ਰੰਥ ਉਦੋਂ ਲਿਖਿਆ ਗਿਆ ਜਦੋਂ ਲਿਖਾਰੀ ਦੀ ਜ਼ੁਬਾਨ ਦੇ ਉੱਤੇ ਅੰਗਰੇਜ਼ੀ ਦਾ ਅਸਰ ਚੜ੍ਹ ਚੁੱਕਿਆ ਸੀ ਜਾਂ ਉਹ ਅੰਗਰੇਜ਼ੀ ਦਾ ਅਸਰ ਕਬੂਲ ਕਰ ਚੁੱਕਿਆ ਸੀ। ਇਹਦੇ ਵਿੱਚ ਹੋਰ ਵੀ ਕਾਫੀ ਸਾਰੇ ਨਾਂ ਆਉਂਦੇ ਹੈ। ਪੰਨਾ 166 ਦੇ ਹੈ ਕੰਪਾਈਸਟਾ ਸਿੰਘ ਗਰਜੋ ਕਰੂਰ, ਪੰਨਾ 288 ਤੇ ਹਾਰਨ ਬਨਾਏਬ ਹੈ, ਹਾਰਨ ਲਫ਼ਜ਼ ਸਾਡਾ ਨਹੀਂ ਹੈਗਾ। ਐਂਚ ਐਂਚ ਪੰਨਾ ਨੰਬਰ 369, ਪਿਚਕਾਰਨ ਲੈ ਕਰ, ਪਿਚਕਾਰਨ ਵੀ ਸਾਡਾ ਲਫ਼ਜ਼ ਨਹੀਂ ਹੈ, ਇਹ 572 ਪੰਨੇ ਤੇ। ਐਂਡ ਬੈਂਡ ਫੇਰਾ ਸਭ ਹੈ, ਲਾਲ ਰੰਗ ਵਾਲੇ ਮੋਟਰ, ਅੱਛਾ ਚਲੋ ਠੀਕ ਹੈ। ਐਂਡ ਬੈਂਡ ਪਿਚਕਾਰਨ ਇਹ ਮੈਂ ਲਾਲ ਰੰਗ ਨਾਲ ਨੋਟ ਕੀਤੇ ਸੀ, ਇੱਥੇ ਸਿੰਗਲ ਕਲਰ 'ਚ ਆਈ ਹੈ ਪ੍ਰਿੰਟਿੰਗ, ਤੇ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਇਹ ਸਾਰੇ ਅੰਗਰੇਜ਼ੀ ਦੇ ਨਾਂ ਆ ਜਿਹੜੇ ਸਾਡੀ ਲੈਂਗੁਏਜ ਦੇ ਨਹੀਂ ਹੈਗੇ ਔਰ ਲਿਖਾਰੀ ਦੀ ਜ਼ੁਬਾਨ 'ਤੇ ਚੜ੍ਹੇ ਹੈ। ਇਸ ਕਰਕੇ ਇਸ ਨੂੰ ਮੈਂ 1820-22 ਦੇ ਆਸ-ਪਾਸ ਦੀਆਂ ਲਿਖਤਾਂ ਮੰਨਦਾ। ਉਦੋਂ ਅੰਗਰੇਜ਼ ਸਾਡੇ ਨੇੜੇ ਨੇੜੇ ਆ ਚੁੱਕੇ ਸੀ ਅਤੇ ਉਹਨਾਂ ਦਾ ਹੈੱਡਕੁਆਟਰ ਲੁਧਿਆਣੇ ਦੇ ਵਿੱਚ ਕੈਪਟਨ ਮਰੇ ਦੇ ਅੰਡਰ ਸਥਾਪਿਤ ਹੋ ਚੁੱਕਿਆ ਸੀ, ਅਤੇ ਉਹਨੇ ਕਈ ਸਾਰੇ ਜਿਹੜੇ ਆਪਣੇ ਜਿਹੜੇ ਕ੍ਰਿਸਚੈਨਿਟੀ ਦੇ ਸਕੂਲ ਸੀ ਉਹ ਵੀ ਖੋਲ੍ਹ ਚੁੱਕੇ ਸਨ, ਅਤੇ ਉੱਥੋਂ ਸਾਡੇ ਲੋਕ ਪੜ੍ਹ ਕੇ ਆਉਂਦੇ ਸੀ ਅਤੇ ਉਹ ਅੰਗਰੇਜ਼ੀ ਅੱਖਰ ਵਰਤ ਗਏ। ਇਹ ਗਲਤੀ ਉਹਨਾਂ ਦੀ ਹੈ, ਮੇਰੀ ਨਹੀਂ। ਨਾ ਸਾਡੇ ਗੁਰੂ ਸਾਹਿਬਾਨਾਂ ਨੇ ਕੋਈ ਇਹੋ ਜਿਹੀ ਗਲਤੀ ਕੀਤੀ ਹੈ, ਅਤੇ ਨਾ ਹੀ ਮੈਂ ਉਹਨਾਂ ਦਾ ਨਾਂ ਲੈਣਾ ਚਾਹੁੰਦਾ ਕਿ ਇਹ ਗੱਲਾਂ ਉਹਨਾਂ ਦੀਆਂ ਲਿਖੀਆਂ ਹੋਈਆਂ। ਸਿਵਾ, ਬਹੁਤ ਸਾਰੇ ਲੋਕ ਸਿਵਾ ਦਾ ਅਰਥ ਸ਼ਿਵਜੀ ਕਰ ਦਿੰਦੇ ਆ, ਪਰ ਇਹ ਗਲਤ ਹੈ। ਸਿਵਾ ਦਾ ਅਰਥ ਮਤਲਬ ਹੈ ਪਾਰਬਤੀ। ਜਿਸ ਤਰ੍ਹਾਂ ਆਪਾਂ ਪੰਜਾਬੀ 'ਚ ਕਹਿ ਲਓ ਜਾਂ ਹਿੰਦੀ 'ਚ ਕਹਿ ਲਓ, ਆਪਣਾ ਕਮਲ, ਕੰਨਾਂ ਲਾ ਦੀਏ ਕਮਲਾ ਬਣ ਗਿਆ। ਅਤੇ ਇਸ ਤਰ੍ਹਾਂ ਦੇ ਅੱਖਰ ਸਾਡੇ ਕੋਲ ਹੋਰ ਹੈ ਕਿ ਜਦੋਂ ਕਿਸੇ ਅੱਖਰ ਨੂੰ ਕੰਨਾਂ ਲਾ ਦਈਏ ਉਹ ਦੇਵੀ ਦਾ ਨਾਮ ਬਣ ਜਾਂਦਾ ਹੈ। ਹੁਣ ਗੱਲ ਮੈਂ ਤੁਹਾਨੂੰ ਚਰਿਤਰੋਪਖਿਆਨ ਦੇ ਜਿਹੜੇ ਪਹਿਲੇ ਮੰਗਲ ਦੇ ਵਿੱਚ ਇਹ ਗੱਲ ਸਾਫ਼ ਹੋ ਜਾਂਦੀ। ਦੁਰਗਾ ਤੂੰ, ਛਿਮਾ ਤੂੰ, ਸਿਵਾ ਰੂਪ ਤੇਰੋ, ਤੂੰ ਧਾਤਰੀ ਸਵਾਹਾ, ਨਮਸਕਾਰ ਮੇਰੋ। ਇਹ ਦਸਮਰਾਂ ਦਾ ਪੰਨਾ 810 ਹੈ। ਅਤੇ ਚੰਡੀ ਚਰਿੱਤਰ 'ਚ ਵੀ ਇਹੀ ਲਿਖਿਆ ਹੋਇਆ ਹੈ। ਚੰਡੀ ਚਰਿੱਤਰ ਦੂਜੇ ਦੇ ਵਿੱਚ ਹੈ, ਜਿੱਥੇ ਉਹ ਦੇਵੀ ਦੀ ਉਸਤ ਕਰਦਾ, ਉੱਥੇ ਲਿਖਦਾ ਨਮੋ ਹਿੰਗਲਾ ਪਿੰਗਲਾ ਤੁਤ ਲਾਇਓ, ਨਮੋ ਕੀਰਤੀ ਕਿਆਨੀ ਸਿਵਾ ਸੀਤ ਲਾਇਓ। ਕੀ ਗੁਰੂ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਕੀ ਗੁਰੂ ਜੀ ਦੇਵੀ ਦੇ ਪੁਜਾਰੀ ਹੈ? ਪਰ ਇਹ ਬਾਣੀ ਤਾਂ ਇਹ ਸਾਬਤ ਕਰਦੀ ਹੈ। ਦਸਮਰਾਂ ਦੇ ਪੰਨਾ 116 ਤੇ ਅਖੀਰਲੀ ਐਗਜ਼ਾਮਪਲ ਦਿੱਤੀ ਹੈ। ਸਿਵਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਵਾਰ ਲਫ਼ਜ਼ ਆਉਂਦਾ ਹੈ, ਆਪਣੇ ਉਹਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਸਿਵਾ ਦਾ ਮਤਲਬ ਪਾਰਬਤੀ ਹੀ ਕੀਤਾ ਹੈ। ਉਹ ਪੰਕਤੀ ਜਿਹੜੀ ਮੈਨੂੰ ਯਾਦ ਨਹੀਂ ਆ ਰਹੀ ਸੀ, ਯਾਦ ਆ ਗਈ। ਸਿਵਾ ਸਖਤ ਸੰਵਾਦਿੰਗ ਮਨ ਛੋੜ ਛੋੜ ਸਗਲ ਭੇਦਿੰਗ। ਇਹਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਹੋਣੀ ਪਲੱਸ ਸਿਵਾ ਦੇ ਅਰਥ ਭਾਈ ਕਾਨ ਸਿੰਘ ਨਾਭਾ ਇਹੀ ਕਰਦੇ ਹਨ ਕਿ ਇਹ ਮਨਾ ਜਿਹੜੀਆਂ ਕਹਾਣੀਆਂ ਸ਼ਿਵ ਜੀ ਨੇ ਪਾਰਬਤੀ ਨੂੰ ਸੁਣਾਈਆਂ ਸੀ, ਤੂੰ ਉਹਨਾਂ ਦਾ ਖਹਿੜਾ ਛੱਡ, ਇਹ ਤੈਨੂੰ ਪਾਰਬ੍ਰਹਮ ਨਾਲੋਂ ਪਰਮਾਤਮਾ ਨਾਲੋਂ ਦੂਰ ਲੈ ਕੇ ਜਾਣ ਵਾਲੀਆਂ ਹਨ। ਕਮਲ ਤੋਂ ਕਮਲਾ ਬਣਦਾ ਹੈ, ਬਿਮਲ ਤੋਂ ਬਿਮਲਾ ਬਣਦਾ ਹੈ। ਕਿਸੇ ਵੀ ਨਾਂ ਦੇ ਨਾਲ ਕੰਨਾ ਲਾ ਕੇ ਅਸੀਂ ਉਹਦਾ ਅਰਥ ਫੀਮੇਲ ਚਲਿਆ ਜਾਂਦਾ, ਉਹ ਉਸ ਦੀ ਵਾਈਫ ਦਾ ਨਾਂ ਹੁੰਦਾ ਹੈ। ਇਹ ਤੁਹਾਡੇ ਕੋਲ 2-4 ਐਗਜ਼ਾਮਪਲਾਂ ਮੈਂ ਦੇਤੀਆਂ, ਬੈਠ ਕੇ ਵਿਹਲੇ ਸਮੇਂ ਕਿਤੇ ਸੋਚਾਂਗੇ। ਹੋਰ ਬਥੇਰੇ ਨਾਂ ਹੈਗੇ ਜਿਨ੍ਹਾਂ ਨੂੰ ਕੰਨਾ ਲਾਈਏ ਉਹ ਔਰਤ ਦਾ ਨਾਂ ਬਣ ਜਾਂਦਾ ਹੈ। ਅੱਗੇ 16ਵਾਂ ਸਵਾਲ ਹੈ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਾਖੋਵਾਲ ਦੀ ਜ਼ਮੀਨ ਕਹਿਲੂਰ ਦੀ ਰਾਣੀ ਕੋਲੋਂ ਆਪਣੀ ਹੱਥੀਂ ਖਰੀਦ ਕੇ ਆਨੰਦਪੁਰ ਦੀ ਨੀਂਹ ਰੱਖਦੇ ਹਨ। ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਹੁੰਦਿਆਂ ਆਨੰਦਪੁਰ ਦਾ ਰਾਜਾ ਕੋਈ ਹੋਰ ਨਹੀਂ ਹੋ ਸਕਦਾ। ਪਰ ਚਰਿੱਤਰ 95 ਦਾ ਲਿਖਾਰੀ ਕਵੀ ਅਤੇ ਆਨੰਦਪੁਰ ਰਾਏ ਦੋ ਵੱਖ-ਵੱਖ ਵਿਅਕਤੀ ਹਨ। ਬਿੰਦੋ ਨਾਮ ਦੀ ਜੱਟ ਪੁੱਤਰੀ ਭਖਾਰਨ ਪਿੰਡ ਵਿੱਚ ਆਉਂਦੀ ਹੈ ਅਤੇ ਉਸ ਦੇ ਟੂਣਾਕਰ ਅਤੇ ਨੌਕਰਾਣੀ ਸਜ਼ਾ ਆਨੰਦਪੁਰ ਦੇ ਰਾਏ ਕੋਲੋਂ ਦਵਾਈ ਗਈ ਹੈ। ਮਤਲਬ ਲਿਖਾਰੀ ਕੋਈ ਹੋਰ ਹੈ ਅਤੇ ਜਿਹੜਾ ਆਪਣਾ ਰਾਜਾ ਹੈਗਾ ਰਾਏ, ਇਹ ਦੋ ਵੱਖ-ਵੱਖ ਸ਼ਖਸੀਅਤਾਂ ਹਨ। ਫੈਸਲਾ ਤੁਸੀਂ ਕਰੋ ਕਿ ਗੁਰੂ ਤੇਗ ਬਹਾਦਰ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਜੀ ਵੀ ਉੱਥੇ ਜ਼ਮੀਨ ਖਰੀਦ ਕੇ ਆਨੰਦਪੁਰ ਵਸਾਉਂਦੇ ਹੋਣਗੇ। ਦੋ ਮਾਖੋਵਾਲ ਦੇ ਪਿੰਡ ਨੂੰ ਜਾਂ ਸ਼ਹਿਰ ਨੂੰ ਕੁਛ ਹੋਰ ਕਹਿੰਦੇ ਹੋਣਗੇ, ਪਰ ਅੱਜ ਉਹ ਸਾਰਾ ਆਨੰਦਪੁਰ ਸਾਹਿਬ ਬਣ ਚੁੱਕਿਆ। ਗੁਰੂ ਗੋਬਿੰਦ ਸਿੰਘ ਜੀ ਦੇ ਹੁੰਦਿਆਂ ਉੱਥੇ ਕੋਈ ਰਾਜਾ ਹੋਰ ਸੀ? ਜੇ ਨਹੀਂ ਤਾਂ ਫਿਰ ਲਿਖਾਰੀ ਅੱਡ ਅਤੇ ਸਜ਼ਾ ਦੇਣ ਵਾਲਾ ਜਿਹੜਾ ਰਾਜਾ ਹੈ ਉਹ ਦੋ ਵੱਖਰੀਆਂ ਵੱਖਰੀਆਂ ਸ਼ਖਸੀਅਤਾਂ ਕਿਵੇਂ ਹੋ ਗਈਆਂ? ਸਵਾਲ ਨੰਬਰ 17। ਚਰਿੱਤਰ 4 ਦਾ ਕਵੀ ਅਜਿਹੇ ਇਲਾਕੇ ਜਾਂ ਨਗਰ ਦਾ ਰਹਿਣ ਵਾਲਾ ਹੈ ਜਿੱਥੋਂ ਦੇ ਆਪਣੇ ਉਹਦੇ ਘਰੇ ਉਹਦਾ ਨਾਂ ਹੈਗਾ ਮਹਾਨੰਦ। ਮਹਾਨੰਦ ਦੀ ਪਤਨੀ ਨਾਲ ਹਿੰਦੂ ਅਤੇ ਮੁਸਲਮਾਨ ਦੋਵੇਂ ਰੱਤੀ ਮਨਾਉਂਦੇ ਹਨ। ਇਹ ਉਹਦੀ ਬਾਣੀ ਕਹਿੰਦੀ ਹੈ, ਮੈਂ ਨਹੀਂ ਕਹਿੰਦਾ। ਛੰਦ ਨੰਬਰ 2 ਆ। ਰੱਤੀ ਮਨਾਉਣਾ, ਸੈਕਸ਼ੂਅਲ ਸੰਬੰਧ ਬਣਾਉਣੇ।
ਹੁਣ ਤੁਸੀਂ ਦੇਖੋ, ਜੇ ਲਿਖਾਰੀ ਦਸਮ ਗ੍ਰੰਥ ਦਾ ਗੁਰੂ ਗੋਬਿੰਦ ਸਿੰਘ ਹੈ ਤਾਂ ਗੁਰੂ ਗੋਬਿੰਦ ਸਿੰਘ ਦਾ ਘਰ ਯੋਧਿਆਂ ਦੀ ਛਾਉਣੀ ਹੈ ਕਿ ਇਹੋ ਜਿਹੇ ਗੰਦੇ ਕੰਮਾਂ ਦੀ ਛਾਉਣੀ ਹੈ? ਫੈਸਲਾ ਤੁਸੀਂ ਕਰਨਾ ਹੈ। ਪਰ ਦਸਮ ਪਿਤਾ ਇਹੋ ਜਿਹੇ ਕੰਮ ਆਪਣੇ ਘਰੇ ਨਹੀਂ ਕਰਾਉਂਦੇ, ਇਹ ਮੈਂ ਗਰੰਟੀ ਨਾਲ ਕਹਿ ਸਕਦਾ ਹਾਂ। ਚਰਿੱਤਰ ਨੰਬਰ 49 ਦਾ ਕਵੀ ਆਨੰਦਪੁਰ ਦੇ ਰਹਿਣ ਵਾਲਾ ਹੈ। ਇਸ ਚਰਿੱਤਰ ਦੀ ਨਾਇਕਾ ਵੇਸਵਾ ਰੁਚੀਆਂ ਵਾਲੀ ਨੰਦਮਤੀ ਨਾਰਾਇਣ ਦੇ ਪਤੀ ਦਾ ਕਵੀ ਦੇ ਘਰ ਪਿਆ ਰਹਿਣਾ ਲਿਖਿਆ ਜਾਂਦਾ ਹੈ। ਹੁਣ ਤੁਸੀਂ ਦੇਖੋ ਵੀ ਕਵੀ ਗੁਰੂ ਗੋਬਿੰਦ ਸਿੰਘ ਜੇ ਮੰਨ ਲਈਏ ਤਾਂ ਉਹਦੇ ਘਰੇ ਇਹੋ ਜਿਹੇ ਕੰਮ ਹੋਣਗੇ, ਕਮਾਲ ਹੋ ਗਈ। ਜੇ ਹੁਣ ਗੁਰੂ ਗੋਬਿੰਦ ਸਿੰਘ ਜੀ ਨੂੰ ਇਹੋ ਜਿਹੀਆਂ ਲਿਖਤਾਂ ਦਾ ਲਿਖਾਰੀ ਆਪਾਂ ਮੰਨ ਵੀ ਲੈਂਦੇ ਹਾਂ, ਤਾਂ ਕੀ ਸਵਾਲ ਖੜਾ ਹੁੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ ਵਾਤਾਵਰਨ ਆਹ ਹੈ? ਇਹ ਮੰਨਣ ਯੋਗ ਨਹੀਂ ਹੈਗਾ। ਸਵਾਲ 18ਵਾਂ, ਚਰਿੱਤਰ ਨੰਬਰ 217 ਵਿੱਚ ਸਿਕੰਦਰ ਦਾ ਵਰਣਨ ਕੀਤਾ ਗਿਆ ਜੋ ਅਸਲੀਅਤ ਤੋਂ ਕੋਹਾਂ ਦੂਰ ਹੈ। ਜਿਵੇਂ ਸਿਕੰਦਰ ਨਾ ਤੇ ਤਿੱਬਤ ਗਿਆ, ਨਾ ਚੀਨ ਗਿਆ, ਨਾ ਮਚੀਨ ਗਿਆ, ਨਾ ਰੂਸ ਦੇ ਇਲਾਕੇ 'ਚ ਗਿਆ। ਸਗੋਂ ਜਦੋਂ ਸਿਕੰਦਰ ਆਪਣੇ ਖੈਬਰ ਦਰੇ ਦੇ ਰਾਹੀਂ ਆਉਂਦਾ ਤਾਂ ਪੋਰਸ ਉਹਨੂੰ ਹਰਾਉਂਦਾ, ਜਿਹਦਾ ਜ਼ਿਕਰ ਕੀਤਾ ਹੀ ਨਹੀਂ ਗਿਆ। ਅੱਗੇ ਸਿਕੰਦਰ ਨਹੀਂ ਗਿਆ, ਪਰ ਜਿਹੜਾ ਲਿਖਾਰੀ ਆ ਉਹ ਇਤਿਹਾਸ ਤੋਂ ਵਾਕਫ ਨਹੀਂ ਹੈ। ਪਰ ਜੇ ਵਾਕਫ ਨਹੀਂ ਹੈ ਤਾਂ ਲਿਖਣ ਦੀ ਵੀ ਕੀ ਲੋੜ ਹੈ? ਪਰ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਚਰਿੱਤਰ ਦਾ ਲਿਖਾਰੀ ਬਣਾ ਕੇ ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ ਨੂੰ ਉੱਚਾ ਨਹੀਂ ਚੁੱਕ ਰਹੇ, ਸਗੋਂ ਇਹ ਉਹਨਾਂ ਦੀ ਸ਼ਖਸੀਅਤ ਨੂੰ ਕਲੰਕਿਤ ਕਰ ਰਹੇ ਹਾਂ। ਜਦੋਂ ਜਿਹੜੀਆਂ ਐਸੀਆਂ ਗਲਤੀਆਂ ਇਤਿਹਾਸਕ ਅਸੀਂ ਫੜਦੇ ਹਾਂ ਤਾਂ ਇਹ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਕਵੀ ਹੈ ਉਹ ਕੋਈ ਬਹੁਤਾ ਸਿਆਣਾ ਨਹੀਂ ਹੈਗਾ, ਲਿਖਾਰੀ ਕੋਈ ਇੱਧਰ ਉੱਧਰ ਦੀਆਂ ਐਵੇਂ ਜਬਲੀਆਂ ਮਾਰ ਰਿਹਾ। ਮਹਾਂਕਾਲ ਜਾਂ ਕਾਲਕਾ ਵਾਲੇ ਅੰਤਲੇ ਚਰਿੱਤਰ ਵਿੱਚ ਸਤਯੁਗੀ ਕਥਾ ਵਿੱਚ ਕਰਦਿਆਂ ਮੁਸਲਮਾਨਾਂ ਦਾ ਸੰਬੰਧ ਜੋੜਨਾ ਸਤਯੁਗ ਦੇ ਨਾਲ। ਮੁਸਲਮਾਨ ਅਤੇ ਅੱਜ ਤੋਂ ਗੁਰੂ ਨਾਨਕ ਸਾਹਿਬ ਤੋਂ 1000 ਸਾਲ ਪਹਿਲਾਂ, ਚਲੋ 1500 ਸਾਲ ਪਹਿਲਾਂ ਮੁਸਲਮਾਨ ਨਾਂ ਹੈ ਨਹੀਂ ਸੀਗਾ। ਉਦੋਂ ਪਹਿਲਾਂ ਹੋਰ ਧਰਮ ਜ਼ਰੂਰ ਸੀ, ਪਰ ਜਿਹੜੀ ਇਸਲਾਮ ਹੈ ਇਹ 1500 1550 ਸਾਲ ਪੁਰਾਣੀ ਹੈ। ਅਤੇ ਸਤਯੁਗ ਤਾਂ ਪਤਾ ਨਹੀਂ ਇਹ ਯੁੱਗਾਂ ਦੀ ਗਿਣਤੀ ਕਿੰਨੇ ਲੱਖਾਂ ਸਾਲ ਗਿਣਦੇ ਆ। ਅਤੇ ਉਸ ਯੁੱਗ ਦੇ ਵਿੱਚ ਮੁਸਲਮਾਨਾਂ ਦੀ ਕਿਹਦੇ ਨਾਲ ਲੜਾਈ ਹੋਈ, ਕਿਵੇਂ ਕਿਸੇ ਨੂੰ ਪਤਾ ਲੱਗਾ, ਮੇਰੀ ਸਮਝ ਤੋਂ ਬਾਹਰ ਦੀ ਗੱਲ ਹੈ। ਦਸਮ ਗ੍ਰੰਥ ਦੇ ਰਾਮ ਅਵਤਾਰ ਅਤੇ ਕ੍ਰਿਸ਼ਨ ਅਵਤਾਰ ਵਿੱਚੋਂ ਲਈਆਂ ਗਈਆਂ ਅੱਗੇ ਲਿਖੀਆਂ ਪੰਕਤੀਆਂ ਇਹ ਦੱਸਦੀਆਂ ਹਨ ਕਿ ਕੋਈ ਲਿਖਾਰੀ ਮਰਾਸੀ ਕਿਸਮ ਦਾ ਹੈ ਜੋ ਦਰਬਾਰੀਆਂ ਨੂੰ ਖੁਸ਼ ਕਰਨ ਵਾਸਤੇ ਪੈਸੇ ਕਮਾਉਣਾ ਚਾਹੁੰਦਾ ਹੈ। ਬਿਲਕੁਲ ਮੈਂ ਜਿਹੜਾ ਕੁਛ ਉਹਦੇ ਵਿੱਚ ਲਿਖਿਆ ਜੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਬਾਤ ਪ੍ਰਾਰਥਨ ਭਾਖ ਸੁਣਾਊਂ ਜਾਂ ਤੇ ਕਬ ਕੁਲ ਸਰਬ ਰਜਾਊਂ ਹੁੰਦਾ ਖੁਸ਼ ਕਰਨ ਵਾਸਤੇ ਮੈਂ ਇਹ ਲਿਖ ਰਿਹਾ। ਚੰਦਰ ਅਵਤਾਰ ਦੇ ਵਿੱਚ ਰਾਮਚੰਦਰ ਅਵਤਾਰ ਦਾ ਪੰਨਾ 187 ਹੈ। ਅਤੇ ਉਹਦੇ ਨਾਲ ਹੀ ਅੱਗੇ ਇੱਕ ਮੈਂ ਹੋਰ ਐਗਜ਼ਾਮਪਲ ਲੱਭੀ ਹੋਈ ਹੈ। ਤਾਂ ਛਵੀ ਕੀ ਕਵਿਤਾ ਕਰਕੇ ਕਭੀ ਰਾਮ ਨਰੇਸ਼ਨ ਜਾਏ ਰਿਜਾਇਆ ਹੈ। ਕਵੀ ਨੇ ਆਪਣਾ ਨਾਮ ਵੀ ਲਿਖਤਾ ਰਾਮ। ਜੋ ਬਲ ਪੈ ਕਹਿ ਹੈ ਕਥ ਪੰਡਤ ਰੀਝ ਕਨੋਂ ਤਹਿ ਕੋ ਤਨ ਦੈ ਹੈ। ਕ੍ਰਿਸ਼ਨ ਅਵਤਾਰ, ਰਾਮ ਅਵਤਾਰ ਅਤੇ ਕ੍ਰਿਸ਼ਨ ਅਵਤਾਰ ਦੇ ਇਹ ਵਿੱਚ ਪੰਕਤੀਆਂ ਦਰਜ ਹੈ ਜੀ। 1177ਵਾਂ ਬੰਦ ਅਤੇ 187ਵਾਂ ਬੰਦ ਜਿਹੜੀਆਂ ਇਹ ਸਾਬਤ ਕਰਦੀਆਂ ਵੀ ਕਵੀ ਇਹੋ ਜਿਹੀਆਂ ਗੱਲਾਂ ਇਹ ਤਾਂ ਲਿਖ ਰਿਹਾ ਤਾਂ ਕਿ ਲੋਕ ਉਹਨਾਂ ਨੂੰ ਪੈਸੇ ਦੇਣ ਖੁਸ਼ ਹੋ ਕੇ। ਇਹ ਦਸਮ ਗ੍ਰੰਥ ਦੀ ਬਾਣੀ ਕਹਿ ਰਹੀ ਹੈ। ਅੱਗੇ ਇੱਕ ਹੋਰ, ਸਿਆਮ ਕਥਾ ਹਵਾ ਹੈ ਮੋਹ ਕਹਿ ਉਹ ਸਰੋਤਨ ਭਲੀ ਭਾਂਤ ਰਜੈਵੋ। ਰਿਜਵੈਹੋਂ ਦਾ ਮਤਲਬ ਲੋਕਾਂ ਨੂੰ ਰਿਝਾ ਕੇ ਉਹਨਾਂ ਤੋਂ ਪੈਸੇ ਲੈਣ ਦੀ ਗੱਲ ਹੈ। ਕ੍ਰਿਸ਼ਨ ਅਵਤਾਰ ਪੰਨਾ 530। ਰਜਾਊਂ ਰੀਝ ਕਨੋਂ ਰਜੈਵੋਂ, ਇਹ ਤਿੰਨੋਂ ਲਫ਼ਜ਼ ਦੱਸਦੇ ਹਨ ਕਿ ਲਿਖਾਰੀ ਕਿਸੇ ਨੂੰ ਖੁਸ਼ ਕਰਕੇ ਧਨ ਪ੍ਰਾਪਤ ਕਰਨਾ ਚਾਹੁੰਦਾ ਹੈ। ਕੀ ਗੁਰੂ ਜੀ ਇਹੋ ਜਿਹੀਆਂ ਲਿਖਤਾਂ ਲਿਖ ਸਕਦੇ ਹੈ? ਇਹਦਾ ਸਵਾਲ ਦਾ ਜਵਾਬ ਸਰੋਤਾ ਜਣੋ ਤੁਸੀਂ ਲੱਭਣਾ ਹੈ, ਮੈਂ ਨਹੀਂ ਲੱਭਣਾ। ਦਸਮ ਗ੍ਰੰਥ ਦੇ ਪੰਨਾ 571 ਦੇ ਨੇਕ ਕਲੰਕੀ 24 ਅਵਤਾਰ ਦੇ ਵਿੱਚ ਇਉਂ ਲਿਖਿਆ ਹੋਇਆ ਹੈ। ਭਾਂਤ ਭਾਂਤ ਤਨ ਹੋ ਉਤਪਾਤਾ ਪੁੱਤਰੈ ਸੇਜ ਸੋਭਤ ਲੈ ਮਾਤਾ। ਪੁੱਤਰ ਆਪਣੀ ਮਾਂ ਨਾਲ ਸੈਕਸ ਕਰ ਰਿਹਾ। ਸੁਤਾ ਪਿਤ ਤਮ ਰਮਤ ਨਿਸ਼ੰਕਾ ਭਗਨੀ ਭਰਤ ਪ੍ਰਾਂਤ ਕਹਿ ਅੰਕਾ। ਭਰਾਤ ਪਹਿਨ ਤਨ ਕਰਤ ਬਿਹਾਰਾ ਇਸਤਰੀ ਤਜੀ ਸਗਲ ਸੰਸਾਰਾ। ਲਓ ਜੀ, ਸਾਰੇ ਸੰਸਾਰ ਨੇ ਇਹਦਾ ਲਿਖਾਰੀ ਲਿਖਦਾ ਵੀ ਇਸਤਰੀ ਤਾਜ ਦਿੱਤੀ ਅਤੇ ਭੈਣ ਭਰਾ ਦੇ ਨਾਲ ਸੰਬੰਧ ਪੈਦਾ ਕਰ ਰਹੇ। ਭੋਗਤ ਪੂਤ ਸੇਜ ਚੜ੍ਹ ਮਾਤਾ, ਪੁੱਤ ਮਾਂ ਦੇ ਨਾਲ ਸੈਕਸ ਕਰ ਰਿਹਾ ਸੇਜ 'ਤੇ। ਪਤਾ ਨਹੀਂ ਜੀ ਇਹ ਲਿਖਾਰੀ ਕੀ ਅਤੇ ਕਿੱਥੋਂ ਦਾ ਕੀ ਲੱਭ ਰਿਹਾ ਅਤੇ ਕੀ ਸਾਨੂੰ ਸਿੱਖਿਆ ਦੇਣਾ ਚਾਹੁੰਦਾ ਹੈ, ਇਹ ਤੁਸੀਂ ਆਪ ਫੈਸਲਾ ਕਰ ਰਹੇ ਹੋ।
ਹੁਣ ਗਾਂ ਅੱਗੇ ਗੱਲ ਆਉਂਦੀ ਹੈ ਜੀ, ਹਮਾਯੂੰ ਨੂੰ ਹਰਾ ਕੇ ਸ਼ੇਰਸ਼ਾਹ ਸੂਰੀ 1540 ਦਿੱਲੀ ਦੇ ਤਖਤ 'ਤੇ ਬੈਠਦਾ ਅਤੇ ਬਾਅਦ ਵਿੱਚ ਜਿਹੜੀ ਕਰੰਸੀ ਦਾ ਨਾਂ ਹੈ ਰੁਪਈਏ ਲਾਗੂ ਹੁੰਦੇ ਆ। ਪਹਿਲਾਂ ਕਰੰਸੀ ਦਾ ਨਾਂ ਟਕਿਨ ਸੀ। ਸਿਰਫ ਇਸ ਐਗਜ਼ਾਮਪਲ ਇੱਕ ਨਾਲ ਅਸੀਂ ਦੋ ਕਹਾਣੀਆਂ ਜਿਹੜੀਆਂ ਸਾਡੇ ਗੁਰੂ ਸਾਹਿਬਾਨ ਨਾਲ ਜੋੜੀਆਂ ਗਈਆਂ, ਇੱਕ ਸੱਚੇ ਸੌਦੇ ਵਾਲੀ ਕਹਾਣੀ ਗੁਰੂ ਨਾਨਕ ਨਾਲ ਜੋੜੀ ਗਈ ਹੈ। ਇਹ ਕਿਹਾ ਗਿਆ ਵੀ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਨੇ 20 ਰੁਪਈਏ ਦਿੱਤੇ ਗੁਰੂ ਨਾਨਕ ਸਾਹਿਬ ਨੂੰ ਸੱਚਾ ਸੌਦਾ ਕਰਨ ਵਾਸਤੇ, ਅਤੇ ਗੁਰੂ ਨਾਨਕ ਸਾਹਿਬ ਭੁੱਖਿਆਂ ਸਾਧੂਆਂ ਨੂੰ ਰੋਟੀ ਖਵਾ ਕੇ ਘਰੇ ਆ ਗਏ। ਗੁਰੂ ਪਿਆਰਿਓ, ਉਸ ਵੇਲੇ ਕਰੰਸੀ ਦਾ ਨਾਂ ਟਕੇ ਸੀ। ਉਸ ਵੇਲੇ ਰੁਪਈਆ ਕਰੰਸੀ ਧਰਤੀ 'ਤੇ ਹੈ ਨਹੀਂ ਸੀ। ਇਹਨੂੰ ਲਾਗੂ ਕਰਨ ਵਾਲਾ ਹਮਾਯੂੰ ਹੈ, ਜਿਹੜਾ 1540 ਦੇ ਵਿੱਚ ਰੁਪਈਆ ਲਾਗੂ ਕਰਦਾ। ਉਦੋਂ ਗੁਰੂ ਨਾਨਕ ਸਾਹਿਬ ਚੜ੍ਹਾਈ ਕਰ ਚੁੱਕੇ ਹੈ 1539 'ਚ। ਔਰ ਮੈਂ ਹੁਣੇ ਜਾ ਕੇ ਸੱਚੇ ਸੌਦੇ ਵਾਲਾ ਥਾਂ ਦੇਖ ਕੇ ਆਇਆ, ਚੂੜਕਾਣਾ ਮੰਡੀ। ਉਸ ਵੇਲੇ 20 ਰੁਪਈਆਂ ਦਾ ਸੌਦਾ ਚੂੜਕਾਣੇ ਦੇ ਵਿੱਚ ਹੋ ਹੀ ਨਹੀਂ ਸਕਦਾ। ਜਦੋਂ 1 ਏਕੜ ਦੀ ਜ਼ਮੀਨ 1 ਰੁਪਈਏ 'ਚ ਆਉਂਦੀ ਹੈ, ਅਤੇ ਤੁਸੀਂ ਇਹ ਫੈਸਲਾ ਕਰੋ ਕਿ 20 ਰੁਪਈਆਂ ਦੀ 20 ਏਕੜ ਜ਼ਮੀਨ ਅੱਜ 20 ਏਕੜ ਮਲਟੀਪਲਾਈ ਬਾਈ 30 ਜਾਂ 40 ਲੱਖ ਲਾਈਏ ਤਾਂ ਇਹ ਕਰੋੜਾਂ ਰੁਪਈਏ ਤੋਂ ਵੀ ਜ਼ਿਆਦਾ ਬਣ ਜਾਂਦੇ ਹੈ। ਕੀ 20 ਰੁਪਈਏ ਦਾ ਸੌਦਾ ਉਸ ਵੇਲੇ ਭੁੱਖੇ ਸਾਧੂ ਖਾ ਸਕਦੇ ਹਨ? ਪਰ ਗੁਰਬਾਣੀ ਦਾ ਫਰਮਾਨ ਹੈ, ਅਭਿਆਗਤ ਇਹ ਨਾ ਆਖੀਏ ਜਿਨ ਕੈ ਮਨ ਮੈਂ ਭਰਮ ਤਿਨ ਕਾ ਦਿੱਤਾ ਨਾਨਕਾ ਤੇਹੋ ਜਿਹਾ ਧਰਮ। ਗੁਰਬਾਣੀ ਤਾਂ ਇਹਨਾਂ ਲੋਕਾਂ ਨੂੰ ਜਿਹੜੇ ਭੁੱਖੇ ਵਿਹਲੜ ਤੁਰੇ ਫਿਰਦੇ ਆ ਉਹਨਾਂ ਨੂੰ ਸਾਧੂ ਹੀ ਨਹੀਂ ਮੰਨਦੀ। ਕੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਕੀ ਸਾਬਤ ਕਰਨਾ ਚਾਹੁੰਦੇ ਹਾਂ ਕਿ ਉਹ ਵਿਹਲੜਾਂ ਨੂੰ ਭੁੱਖਿਆਂ ਤੁਰਿਆਂ ਫਿਰਦਿਆਂ ਨੂੰ ਆਪਣੇ 20 ਰੁਪਈਏ ਸੌਦਾ ਦੇ ਕੇ ਆ ਕੇ ਕੋਈ ਪੁੰਨ ਖੱਟ ਕੇ ਆਏ? ਬਿਲਕੁਲ ਗਲਤ ਹੈ। ਗੁਰਬਾਣੀ ਉਹਨਾਂ ਨੂੰ ਜਿਨ੍ਹਾਂ ਦੇ ਮਨ ਦੇ ਵਿੱਚ ਰੱਬ ਦੀ ਐਗਜ਼ਿਸਟੈਂਸ ਬਾਰੇ ਕੋਈ ਸ਼ੱਕ ਹੈ ਜਾਂ ਪਤਾ ਹੀ ਨਹੀਂ, ਉਹਨਾਂ ਨੂੰ ਸਾਧੂ ਨਹੀਂ ਮੰਨਿਆ ਜਾ ਸਕਦਾ। ਇਹ ਗੁਰਬਾਣੀ ਦਾ ਫਰਮਾਨ ਹੈ, ਮੇਰਾ ਨਹੀਂ। ਗੁਰਬਾਣੀ ਪੜ੍ਹੋ, ਸਮਝੋ, ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਏਗਾ। ਅਤੇ ਦੂਜੀ ਐਗਜ਼ਾਮਪਲ ਜਿਹੜੀ ਮੈਂ ਗਲਤ ਸਾਬਤ ਕਰਨੀ ਚਾਹੁੰਦਾ, ਜਦੋਂ ਗੁਰੂ ਗੋਬਿੰਦ ਸਿੰਘ ਦੀ ਉਹ ਅਨੂਪ ਕੌਰ ਵਾਲੀ ਕਹਾਣੀ ਜਿਹੜੀ ਤੁਸੀਂ 21, 22, 23, 24 ਚਰਿੱਤਰ ਦੇ ਵਿੱਚ ਆਉਂਦੀ ਹੈ, ਜਾਂ 16ਵਾਂ ਚਰਿੱਤਰ ਵੀ ਇਹੋ ਹੀ ਹੈ, ਸਿਰਫ ਉੱਥੇ ਔਰਤਾਂ ਦੇ ਨਾਂ ਬਦਲੇ ਹੋਏ ਹੈ। ਉੱਥੇ ਹੈ 20,000 ਟਕਾ ਦੀਆ ਛਮਾਈ ਬਾਂਧ। ਗੁਰੂ ਸਾਹਿਬ ਮਤਲਬ ਕਿਸੇ ਕਾਰਨ ਕਰਕੇ ਲੋਕਾਂ ਦੇ ਸਾਹਮਣੇ, ਲੋਕਾਂ ਦੇ ਖਜ਼ਾਨੇ ਦੇ ਵਿੱਚੋਂ 20,000 ਟਕਾ ਅਨੂਪ ਕੌਰ ਨੂੰ ਦਿੰਦੇ ਹੈ। 6 ਮਹੀਨਿਆਂ ਬਾਅਦ 20 ਹੋਰ ਦੇਣਾ, 40,000 ਟਕਾ। ਉਸ ਵੇਲੇ ਕਰੰਸੀ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਰੁਪਈਆ ਹੈ। ਸੋ ਸੋਚਣ ਵਾਲੀ ਗੱਲ ਹੈ ਕਿ ਲਿਖਾਰੀ ਨੂੰ ਆਪਣੇ ਆਪ ਪਤਾ ਵੀ ਨਹੀਂ ਕਿ ਉਸ ਵੇਲੇ ਕਰੰਸੀ ਦਾ ਕੀ ਨਾਂ ਆ। ਅਤੇ ਗੁਰੂ ਗੋਬਿੰਦ ਸਿੰਘ ਐਸੇ ਭੁੱਲੜ ਲਿਖਾਰੀ ਹੋ ਸਕਦੇ, ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ, ਐਸੀਆਂ ਗਲਤੀਆਂ ਉਹ ਕਰਦਾ ਜਿਹੜਾ ਐਵੇਂ ਮਤਲਬ ਕੋਈ ਇੱਧਰ ਉੱਧਰ ਦਾ ਲਿਖਾਰੀ, ਹੁਣ ਮੈਂ ਉਹ ਲਫ਼ਜ਼ ਨਹੀਂ ਵਰਤਣਾ ਚਾਹੁੰਦਾ, ਮੂੰਹ 'ਤੇ ਆ ਗਿਆ ਸੀ, ਚਲੋ ਛੱਡੋ ਇਸ ਗੱਲ ਨੂੰ। ਸਿਰਫ ਇਹੀ ਸਵਾਲ ਨਹੀਂ ਹੈ, ਇੱਦਾਂ ਦੇ ਸਵਾਲ ਸੈਂਕੜੇ ਹੋਰ ਖੜ੍ਹੇ ਕੀਤੇ ਜਾ ਸਕਦੇ ਦਸਮ ਗ੍ਰੰਥ ਬਾਰੇ। ਤੁਹਾਨੂੰ ਸਿਰਫ ਇਨਫੋਰਮੇਸ਼ਨ ਦੇ ਰਿਹਾ ਮੈਂ, ਕੋਈ ਮਨਾਉਣ ਵਾਸਤੇ ਕਿਸੇ ਨੂੰ ਕੋਈ ਗੱਲ ਨਹੀਂ ਕਰਦਾ ਹੁੰਦਾ। ਇਨਫੋਰਮੇਸ਼ਨ ਤੁਹਾਡੇ ਕੋਲ ਪਹੁੰਚ ਚੁੱਕੀ ਹੈ। ਫੈਸਲਾ ਤੁਸੀਂ ਸਭ ਨੇ ਮਿਲ ਕੇ ਕਰਨਾ, ਜਾਂ ਤੁਹਾਡਾ ਮਨ ਮੰਨਦਾ ਤਾਂ ਤੁਸੀਂ ਦਸਮ ਗ੍ਰੰਥ ਲੈ ਕੇ ਪੜ੍ਹ ਲਓ, ਜਾਂ ਆਪਣੇ ਕੋਈ ਕਿਤਾਬਾਂ ਦਸਮ ਗ੍ਰੰਥ ਬਾਰੇ ਸੁਖਵਿੰਦਰ ਸਿੰਘ ਦੁਬਈ ਵਾਲਿਆਂ ਦੀਆਂ ਲਿਖੀਆਂ, ਭਾਗ ਪਹਿਲਾ, ਦੂਜਾ, ਤੀਜਾ, ਚੌਥਾ, ਉਹ ਵੀ ਪੜ੍ਹ ਸਕਦੇ ਹੋ, ਜਾਂ ਭਾਗ ਸਿੰਘ ਬਾਲਾ ਵਾਲਿਆਂ ਦੀ ਕਿਤਾਬ ਜਿਹੜੀ ਹੈਗੀ ਹੈ ਦਸਮ ਗ੍ਰੰਥ ਨਿਰਣੇ, ਉਹ ਪੜ੍ਹ ਲਓ। ਸਿੱਖ ਮਿਸ਼ਨਰੀ ਕਾਲਜ ਵਾਲੇ ਜਿਹੜੇ ਆਪਣੇ ਫੀਲਡ ਕੂਚਾਗੰਜ ਵਾਲੇ ਆ, ਉਹ ਛੋਟਾ ਜਿਹਾ ਇੱਕ ਪੈਂਫਲੇਟ ਵੀ ਛਾਪਿਆ ਹੋਇਆ ਹੈ ਦਸਮ ਗ੍ਰੰਥ ਬਾਰੇ। ਅਤੇ ਨਹੀਂ ਤਾਂ ਫਿਰ ਤੁਸੀਂ ਦਸਮ ਗ੍ਰੰਥ ਪੂਰਾ ਆਪ ਖਰੀਦ ਲਓ। ਮੈਨੂੰ ਕਦੀ ਫੋਨ ਕਰ ਲੈਣਾ, ਮੈਂ ਤੁਹਾਨੂੰ ਪੰਨੇ ਪੰਨੇ 'ਤੇ ਨਿਸ਼ਾਨੀਆਂ ਲਵਾ ਦਾਂਗਾ ਕਿੱਥੇ ਮਾਂ ਆਪਦੇ ਪੁੱਤ ਨਾਲ ਸੇਜ 'ਤੇ ਸੁੱਤੀ ਪਈ ਹੈ, ਭੈਣ ਭਰਾ ਨਾਲ ਸੈਕਸ ਕਰ ਰਿਹਾ, ਕੀ ਕੀ ਕੁਛ ਹੋ ਰਿਹਾ, ਹੁਣ ਸਾਰਾ ਬਿਆਨ ਕਰਨ ਤੋਂ ਬਾਹਰ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਅੱਗੇ ਰੱਬ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।